ਹੈਲੋ। ਹੈਲੋ। ਜਸਦੇਵ ਸਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸਰ। ਪਰਮਜੀਤ ਬੋਲਦਾ ਜੀ। ਹਾਂਜੀ ਹਾਂਜੀ ਸਰ, ਸਤਿ ਸ਼੍ਰੀ ਅਕਾਲ ਸਰ। ਹੋਰ ਸਰ, ਕਿੱਦਾਂ ਹਾਲ ਚਾਲ ਜੀ? ਠੀਕ ਹੈ ਸਰ, ਠੀਕ ਹੈ ਜੀ। ਸਰ ਕਰੀਏ ਸ਼ੁਰੂ ਜੀ। ਹੁਣ ਹੈਲੋ। ਸਰ ਆਪਣੀ ਕਲਾਸ ਆ ਨਾ ਹੁਣ? ਹਾਂਜੀ ਹਾਂਜੀ ਸਰ, ਹਾਂਜੀ ਹਾਂਜੀ ਹਾਂਜੀ। ਤਾਂ ਦੇਖਿਓ ਸਕਰੀਨ ਸ਼ੇਅਰ ਕਰਕੇ ਆਪਣੀ ਇਹਦਾ। ਹਾਂਜੀ ਮੈਂ ਕਰਦਾ ਸਰ। ਸਰ ਫੁੱਲ ਕਿਉਂ ਨਹੀਂ ਹੋਈ ਸਕਰੀਨ ਸ਼ੇਅਰ ਵੈਸੇ ਜੀ? ਹਾਂਜੀ। ਮੈਂ ਕਿਹਾ ਸਰ ਪੂਰੀ ਸ਼ੇਅਰ ਹੋ ਨਹੀਂ ਰਹੀ ਹੈਗੀ ਸ਼ੇਅਰ ਜੀ ਨਾ ਪੂਰੀ ਪ੍ਰੋਪਰਲੀ, ਕਿਉਂਕਿ ਡਾਕੂਮੈਂਟ ਹੀ ਆ ਰਿਹਾ, ਇਕੱਲੇ 4 ਹੀ ਆ ਰਹੇ ਸਿਰਫ ਡਾਕੂਮੈਂਟ। ਡਾਕੂਮੈਂਟ ਦੇ ਵਿੱਚ ਦੇਖੋ ਤੁਸੀਂ ਕਿੱਥੇ ਰੱਖੀ ਹੋਈ ਹੈ, ਡਾਕੂਮੈਂਟ ਦੇ ਵਿੱਚ ਹੀ ਆਊਗੀ ਤੁਹਾਡੀ। ਓਕੇ ਸਰ। ਡਾਕੂਮੈਂਟ ਦੀ ਲੋਕੇਸ਼ਨ ਦੇਖੋ ਕਿੱਥੇ ਪਈ ਹੈ, WhatsApp ਪਈ ਹੈ ਜਾਂ ਕਿੱਥੇ ਪਈ ਹੈ। ਜੀ ਸਰ। ਸਰ ਪੂਰੀ ਸ਼ੋਅ ਨਹੀਂ ਹੁੰਦੀ ਪਈ ਇਹ ਨਾ। ਨਹੀਂ ਹੋ ਰਹੀ? ਨਹੀਂ ਸਰ, ਸ਼ੋਅ ਨਹੀਂ ਹੋ ਰਹੀ। ਮੈਂ ਸਰ ਤੁਹਾਨੂੰ ਸੈਂਡ ਕੀਤੀ ਹੋਈ ਹੈ ਵੈਸੇ ਜੀ, ਤੁਸੀਂ ਕਰ ਸਕਦੇ ਹੋ ਸ਼ੋਅ। ਕਾਦੇ ਉੱਪਰ ਕੀਤੀ ਹੋ? PPD ਵਾਲੀ ਜਿਹੜੀ ਸਾਈਟ ਹੈ ਜੀ, PP ਵਾਲੀ, PPT ਵਾਲੀ। ਕਿਸ ਨਾਂ ਤੇ ਤੁਹਾਡਾ ਉੱਧਰ? ਜਸਦੇਵ ਨਾਂ ਤੇ ਹੋਊਗਾ ਜੀ, ਦੇਖੋ CNC ਜਸਦੇਵ। ਠੀਕ ਹੈ ਜੀ, ਮੈਂ ਦੇਖਦਾ। ਹਾਂਜੀ ਹਾਂਜੀ ਸਰ। ਕੱਲ ਕੀਤੀ ਜਾਂ ਅੱਜ? ਕੱਲ ਵੀ ਕੀਤੀ ਸੀਗੀ। ਠੀਕ ਹੈ ਜੀ, ਠੀਕ। ਦੁਬਾਰੇ ਕਹਿੰਦੇ ਦੁਬਾਰੇ ਕਰ ਦਿੰਦੇ ਜੀ। CNC ਤੇ ਨਾ? ਹਾਂਜੀ ਹਾਂਜੀ ਸਰ, ਹਾਂਜੀ ਹਾਂਜੀ ਸਰ। ਠੀਕ ਹੈ ਜੀ, ਠੀਕ। ਮੈਂ ਦੁਬਾਰੇ ਕਰ ਦਿੱਤੀ ਹੈ ਸਰ। ਕੋਈ ਨੀ, ਕੋਈ ਨੀ, ਦੇਖਦੇ। ਦੇਖੋ ਜਸਦੇਵ ਸਰ, ਆ ਰਹੀ? ਪੁੱਛੋ ਫਿਰ ਜਾਣਾ। ਹਾਂਜੀ ਹਾਂਜੀ ਸਰ, ਹਾਂਜੀ ਹਾਂਜੀ। ਠੀਕ ਹੈ ਥੈਂਕ ਜੀ। ਯੂ ਸਰ। ਕਰਨਾ ਚਲੋ ਪੇਪਰ ਨੂੰ ਵੇਖੀਏ, ਉਹ ਵੇਖੀਏ ਚਲੋ ਪੇਪਰ ਪੂਰਾ। ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਹਿਲਾਂ ਤਾਂ। ਆਹੀ ਲਿਆਉਣੀ, ਪੁੱਛ ਕੇ ਆਓ। ਹੈਲੋ। ਹਾਂਜੀ ਆਵਾਜ਼ ਆ ਰਹੀ ਹੈ ਸਭ ਨੂੰ ਕਲੀਅਰ ਜੀ? ਹਾਂਜੀ ਸਰ, ਹਾਂਜੀ ਆ ਰਹੀ ਜੀ, ਆ ਰਹੀ। ਪਲੀਜ਼ ਕੰਟੀਨਿਊ ਕਰਿਓ। ਹਾਂਜੀ ਓਕੇ ਸਰ। ਸਭ ਨੂੰ ਸਾਰਿਆਂ ਦਾ ਧੰਨਵਾਦ ਹੈ ਜੀ ਪਹਿਲਾਂ ਤਾਂ। ਅੱਜ ਦੀ ਕਲਾਸ ਦੇ ਵਿੱਚ ਅਸੀਂ ਲੈ ਕੇ ਆਏ ਹਾਂ ਜੀ ਨਵੀਂ ਟੈਕਨੋਲੋਜੀ ਦੇ ਲਈ, ਕਿਉਂਕਿ ਆਪਾਂ ਕਾਫੀ ਦਿਨ ਤੋਂ ਅਸੀਂ ਕਾਫੀ ਮੰਥ ਤੋਂ ਆਪਾਂ ਪੜ੍ਹਦੇ ਆ ਰਹੇ ਹਾਂ, ਜਾਂ ਕਾਫੀ ਸਾਲਾਂ ਤੋਂ ਅਸੀਂ ਇੱਕ ਹੀ ਗੱਲ ਕਰਦੇ ਆ ਰਹੇ ਹਾਂ ਕਿ ਲੇਥ ਮਸ਼ੀਨ ਹੈ, ਡਰਿਲਿੰਗ ਮਸ਼ੀਨ ਹੈ, ਮਿਲਿੰਗ ਮਸ਼ੀਨ ਹੈ। ਤੇ ਅੱਜ ਅਸੀਂ ਗੱਲ ਕਰਦੇ ਹਾਂ ਨਵੀਂ ਕਲਾਸ ਦੇ ਉੱਪਰ ਕਿ ਜਿਹੜੀ ਸਾਡੀ ਕਲਾਸ ਹੈ ਜੀ, ਇਹ ਹੈਗੀ ਹੈ CNC ਦੇ ਰਿਲੇਟਡ। CNC ਕੀ ਚੀਜ਼ ਹੈ? CNC ਸਾਡੀ ਇੱਕ ਅਜਿਹੀ ਮਸ਼ੀਨ ਹੈ
ਕਿ ਜਿਹੜੀ ਕਿ ਲੇਥ ਮਸ਼ੀਨ ਜਾਂ ਮਿਲਿੰਗ ਮਸ਼ੀਨ ਜਾਂ ਡਰਿਲਿੰਗ ਮਸ਼ੀਨ ਨੂੰ ਮੋਡੀਫਾਈ ਕਰਕੇ ਬਣਾਈ ਗਈ ਹੈ। ਕਿਉਂਕਿ ਅਸੀਂ ਇਸ ਦੇ ਨਾਲ ਕੀ ਕਰ ਸਕਦੇ ਹਾਂ, ਅਸੀਂ ਇਸ ਮਸ਼ੀਨ ਦੇ ਨਾਲ ਕੀ ਕਰ ਸਕਦੇ ਹਾਂ ਕਿ ਫਾਸਟ ਕੰਮ ਕਰ ਸਕਦੇ ਹਾਂ, ਠੀਕ ਹੈ, ਪ੍ਰੋਡਕਸ਼ਨ ਨੂੰ ਜ਼ਿਆਦਾ ਇੰਪਰੂਵ ਕਰ ਸਕਦੇ ਹਾਂ। ਇਸ ਦੇ ਲਈ ਜਿਹੜੀ ਇਹ ਮਸ਼ੀਨ ਬਣਾਈ ਗਈ ਹੈ। ਅੱਜ ਅਸੀਂ ਗੱਲ ਕਰਦੇ ਹਾਂ ਕਿ ਪਹਿਲਾਂ ਸਾਡੇ ਕੰਟੈਂਟਸ ਜਿਹੜੇ ਹੈਗੇ ਆ ਦੇ ਕੀ ਕਿਸ ਟੌਪਿਕ ਦੇ ਅਸੀਂ ਕਿਸ ਦੇ ਰਿਗਾਰਡਿੰਗ ਅਸੀਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਹੈ ਜੀ ਕਿ ਇਸਦੀ ਇੰਟਰੋਡਕਸ਼ਨ ਆਏਗੀ ਮਸ਼ੀਨ ਦੀ, ਕਿ ਇੰਟਰੋਡਕਸ਼ਨ ਦੇ ਵਿੱਚ ਕੀ ਮਸ਼ੀਨ ਕੀ ਹੈਗਾ, ਕਿਵੇਂ ਚੱਲਦੀ ਹੈ। ਉਸ ਤੋਂ ਬਾਅਦ ਮੀਨਿੰਗ ਆਫ CNC ਮਸ਼ੀਨ, ਐਂਡ ਨੈਕਸਟ ਹੈ ਵਾਈ ਯੂਜ਼ CNC ਮਸ਼ੀਨ, ਅਤੇ CNC ਦੇ ਟਾਈਪਸ, ਕਿ CNC ਜਿਹੜੀ ਹੈਗੀ ਹੈ ਕਿੰਨੇ ਤਰ੍ਹਾਂ ਦੀ ਹੁੰਦੀ ਹੈ। ਉਸ ਤੋਂ ਬਾਅਦ ਜਿਹੜੀ ਹੈ ਟਿਪੀਕਲ CNC ਮਸ਼ੀਨ, ਕਿ ਆਪਾਂ ਕਿਸ ਤਰ੍ਹਾਂ ਦੀ ਡਿਫੀਕਲਟ ਮਸ਼ੀਨ ਦੇ ਵਰਕ ਹੈਗੇ ਉਹਦੇ ਲਈ ਆਪਾਂ ਕਿਸ ਤਰ੍ਹਾਂ ਦੀ ਮਸ਼ੀਨ ਜਿਹੜੀ ਹੈ ਵਰਤਦੇ ਹਾਂ। ਉਸ ਤੋਂ ਬਾਅਦ ਆ ਜਾਂਦੇ ਆ ਮਸ਼ੀਨ ਦੇ ਪਾਰਟਸ ਆਫ CNC ਮਸ਼ੀਨ, ਤੇ ਉਹਦੇ ਨਾਲ ਹੀ ਆ ਜਾਂਦੇ ਹੈਗੇ ਕਿ ਇਹਦੇ ਐਡਵਾਂਟੇਜ ਕੀ ਨੇ ਤੇ ਡਿਸਐਡਵਾਂਟੇਜ ਕੀ ਨੇ, ਤੇ ਇਹਦੀ ਐਪਲੀਕੇਸ਼ਨ ਦੇ ਬਾਰੇ ਅਸੀਂ ਗੱਲ ਕਰਾਂਗੇ। ਤਾਂ ਆਓ ਲੈ ਕੇ ਚੱਲਦੇ ਹਾਂ ਤੁਹਾਨੂੰ ਨੈਕਸਟ PPT ਦੇ ਵਿੱਚ, ਜਿਹਦੇ ਵਿੱਚ ਕੀ ਹੈਗੀ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਹੈ ਜੋ ਤੁਹਾਨੂੰ ਸ਼ੋ ਹੋ ਰਹੀ ਹੈ ਤੁਹਾਡੀ ਸਕਰੀਨ ਦੇ ਉੱਪਰ। CNC ਕੀ ਚੀਜ਼ ਹੈ? CNC ਮਸ਼ੀਨ ਇਟ ਇਜ਼ ਪੋਸੀਬਲ ਟੂ ਮੇਕ 100 or even 1000 of the same item in day। ਕਹਿਣ ਦਾ ਭਾਵ ਹੈ ਕਿ ਜਦੋਂ ਅਸੀਂ ਕੋਈ ਵੀ ਮਸ਼ੀਨ ਤੇ ਕੰਮ ਕਰਦੇ ਹਾਂ, ਜਦੋਂ ਅਸੀਂ ਕੀ ਬੇਸਿਕ ਮਸ਼ੀਨਾਂ ਤੇ ਜਦੋਂ ਕੰਮ ਕਰਦੇ ਹਾਂ, ਲੇਥ ਮਸ਼ੀਨ ਤੇ ਕੰਮ ਕਰਦੇ ਹਾਂ, ਜਾਂ ਅਸੀਂ ਮਿਲਿੰਗ ਮਸ਼ੀਨ ਤੇ ਕੰਮ ਕਰਦੇ ਹਾਂ, ਡਰਿਲਿੰਗ ਤੇ ਕੰਮ ਕਰਦੇ ਹਾਂ, ਤਾਂ ਸਾਨੂੰ 8 ਘੰਟੇ ਦੇ ਵਿੱਚ ਕੀ ਪ੍ਰੋਡਕਸ਼ਨ ਮਿਲਦੀ ਹੈ ਉਸ ਦੇ ਉੱਪਰ, ਉਹ ਡਿਪੈਂਡ ਕਰਦਾ ਸਾਡੇ ਵਰਕਰ ਦੇ ਉੱਪਰ ਜਾਂ ਤੁਹਾਡੇ ਜਿਹੜਾ ਵੀ ਉਸ ਤੇ ਆਪਰੇਟਰ ਕੰਮ ਕਰ ਰਿਹਾ ਹੈ। ਤਾਂ ਆਪਰੇਟਰ ਜਦੋਂ ਕੰਮ ਕਰਦਾ ਹੈ, ਆਪਰੇਟਰ ਕੰਮ ਕਰਨ ਲੱਗਿਆ ਕੀ ਕਰਦਾ ਹੈਗਾ ਕਿ ਆਪਾਂ ਇੱਕ ਜੌਬ ਨੂੰ ਬਣਾਉਣ ਦੇ ਲਈ ਆਪਾਂ ਨੂੰ ਟਾਈਮ ਦਿੱਤਾ ਜਾਂਦਾ ਹੈ ਕਿ ਆਪਾਂ 1 ਘੰਟੇ ਦੇ ਵਿੱਚ ਕਿੰਨੀ ਜੌਬ ਬਣਾ ਸਕਦੇ ਹਾਂ, 10 ਜੌਬ ਬਣਾ ਸਕਦੇ ਹਾਂ ਮੈਕਸਿਮਮ। ਪਰ ਜਿਹੜੀ CNC ਮਸ਼ੀਨ ਹੈ ਇਹ ਕੀ ਕਰਦੀ ਹੈ, ਆਪਾਂ 8 ਘੰਟੇ ਦੇ ਵਿੱਚ ਯਾਨੀ ਕਿ ਇੱਕ ਸ਼ਿਫਟ ਦੇ ਵਿੱਚ 100 ਤੋਂ 1000 ਜੌਬ ਨੂੰ, ਇੱਕੋ ਤਰ੍ਹਾਂ ਦੀ ਜੌਬ ਨੂੰ ਬਣਾ ਸਕਦੇ ਹਾਂ। ਇਸ ਲਈ ਜਿਹੜੀ ਇਹ ਮਸ਼ੀਨ ਨੂੰ ਆਪਾਂ ਵਰਤਦੇ ਹਾਂ। ਤੇ ਉਹ ਸੈਕੰਡ ਆਪਸ਼ਨ ਹੈ ਕਿ ਫਸਟ ਇਹ ਡਿਜ਼ਾਈਨ ਇਜ਼ ਡਰਾ ਯੂਜ਼ਿੰਗ ਇਹ ਡਿਜ਼ਾਈਨ ਸੌਫਟਵੇਅਰ। ਅਸੀਂ ਕੀ ਕਰਦੇ ਹਾਂ, ਇੱਕ ਡਿਜ਼ਾਈਨ ਆਪਾਂ ਡਰਾਇੰਗ ਤਿਆਰ ਕਰ ਲੈਂਦੇ ਹਾਂ ਕਿਸੇ ਵੀ ਜੌਬ ਨੂੰ। ਜਦੋਂ ਆਪਾਂ ਬਣਾਉਂਦੇ ਹਾਂ ਸਭ ਤੋਂ ਬਾਅਦ ਜਿਹੜੀ ਡਰਾਇੰਗ ਤਿਆਰ ਕਰਦੇ ਹਾਂ ਉਸ ਨੂੰ ਆਪਾਂ ਕੀ ਕਰਦੇ ਹਾਂ, ਸੌਫਟਵੇਅਰ ਦੇ ਵਿੱਚ ਡਿਜ਼ਾਈਨ ਕਰ ਦਿੰਦੇ ਹਾਂ। ਜਿਵੇਂ ਕਿ ਤੁਸੀਂ ਸ਼ਾਇਦ ਨਾਮ ਸੁਣਿਆ ਹੋਊਗਾ, AutoCAD ਹੈ, CAD/CAM ਹੈ, Pro ਹੈ। ਇਹਨਾਂ ਸੌਫਟਵੇਅਰ ਵਿੱਚ ਅਸੀਂ ਕੀ ਕਰਦੇ ਹਾਂ, ਡਿਜ਼ਾਈਨ ਨੂੰ ਜਿਹੜਾ ਸੌਫਟਵੇਅਰ ਦੇ ਵਿੱਚ ਡਿਜ਼ਾਈਨ ਤਿਆਰ ਕਰ ਲੈਂਦੇ ਹਾਂ। ਤੇ ਉਸ ਤੋਂ ਬਾਅਦ ਕੀ ਕਰਦੇ ਹਾਂ, ਉਸ ਕੰਪਿਊਟਰ ਦੇ ਵਿੱਚ ਜਦੋਂ ਅਸੀਂ ਮੈਨੂਫੈਕਚਰ ਕਰ ਦਿੰਦੇ ਹਾਂ ਤਾਂ ਉਹ ਜਿਹੜਾ ਕੰਪਿਊਟਰ ਹੈ, ਸਾਡੀ ਜਿਹੜੀ ਮਸ਼ੀਨ ਹੈ CNC ਮਸ਼ੀਨ ਹੈ, ਉਹ ਕੀ ਕਰਦੀ ਹੈ, ਉਸੇ ਤਰ੍ਹਾਂ ਦਾ ਮੈਨੂਫੈਕਚਰ ਕਰਕੇ ਤਿਆਰ ਕਰ ਦਿੰਦੀ ਹੈ। ਪਰ ਉਸ ਦੇ ਲਈ ਸਾਨੂੰ ਕੀ ਕਰਨਾ ਹੈ ਉਹ ਆਪਾਂ ਅਗਲੀ ਉਸ 'ਚ ਦੱਸਾਂਗੇ ਤੁਹਾਨੂੰ ਕਿ ਕਰਨਾ ਕਿਵੇਂ ਹੈ। ਅੱਜ ਦੀ ਜਿਹੜੀ ਕਲਾਸ ਹੋਊਗੀ ਸਿੰਪਲੀ ਤੁਹਾਨੂੰ ਇੰਟਰੋਡਕਸ਼ਨ ਹੀ ਦੇਣੀ ਹੈ ਕਿ ਹੁੰਦੀ ਕੀ ਹੈ CNC, ਹੁੰਦੀ ਕੀ ਹੈ, ਕਿਵੇਂ ਆਪਾਂ ਵਰਤਦੇ ਹਾਂ, ਕਿਸ ਤਰ੍ਹਾਂ ਇਸ ਨੂੰ ਆਪਾਂ ਯੂਜ਼ ਕਰਦੇ ਹਾਂ ਤੇ ਆਪਣੀ ਜਿਹੜੀ ਹੈ ਲਾਈਨ ਦੇ ਵਿੱਚ। ਤਾਂ ਦਿਸ ਇਜ਼ ਏ ਸਮਾਲ CNC ਮਸ਼ੀਨ ਐਂਡ ਕੈਨ ਬੀ ਯੂਜ਼ ਟੂ ਮਸ਼ੀਨ ਵੁੱਡਸ। ਤੇ ਜਿਹੜੀਆਂ ਸਮਾਲ ਮਸ਼ੀਨਸ ਹੈਗੀਆਂ CNC ਦੀਆਂ ਕਿਸ ਦੇ ਲਈ ਵਰਤੀਆਂ, ਵੁੱਡਸ ਦੇ ਲਈ, ਪਲਾਸਟਿਕ ਦੇ ਲਈ, ਐਲੂਮੀਨੀਅਮ ਦੇ ਲਈ, ਇੰਡਸਟਰੀ। ਆਪਾਂ ਇੰਡਸਟਰੀ ਵਿੱਚ ਕਿਸ ਲਈ ਵਰਤਦੇ ਹਾਂ, ਸਾਰੀਆਂ ਜਿਹੜੀਆਂ ਹੈਗੀਆਂ ਵੁੱਡਸ ਦੇ ਲਈ ਵਰਤ ਸਕਦੇ ਹਾਂ, ਪਲਾਸਟਿਕ, ਐਲੂਮੀਨੀਅਮ ਤੇ ਸਾਰੇ ਲਈ ਵਰਤੀ ਜਾ ਸਕਦੀ ਹੈ। CNC ਮਸ਼ੀਨ ਕੈਨ ਬੀ ਐਕਸਟਰਨਲੀ ਲਾਰਜ, ਕੀ ਹੈ ਵੱਡੀਆਂ ਮਸ਼ੀਨਾਂ ਵੀ ਹੈ, ਛੋਟੀਆਂ ਮਸ਼ੀਨਾਂ ਵੀ ਹੈ, ਤੇ ਕਿਸੇ ਤਰੀਕੇ ਦੀ ਅਸੀਂ ਮਸ਼ੀਨ ਜਿਹੜੀ ਹੈ ਇਸ ਵਿੱਚ ਵਰਤ ਸਕਦੇ ਹਾਂ। ਤੇ ਨੈਕਸਟ ਆ ਜੀ ਉਹ ਮੀਨਿੰਗ ਆਫ CNC ਮਸ਼ੀਨ। ਮੀਨਿੰਗ ਆਫ ਕੀ ਹੈ, CNC ਮਸ਼ੀਨ ਦਾ ਜਿਹੜਾ ਫੁੱਲ ਨੇਮ ਕੀ ਹੈ, ਉਹਦਾ ਕੀ ਨੇਮ ਹੈ, CNC ਮੀਨਿੰਗ ਕੰਪਿਊਟਰ ਨੂਮੈਰੀਕਲ ਕੰਟਰੋਲ। ਕੰਪਿਊਟਰ ਨੂਮੈਰੀਕਲ ਕੰਟਰੋਲ, ਦਿਸ means of computer convert the design। ਕਿਉਂਕਿ ਜਿਹੜਾ ਸਾਡਾ ਡਿਜ਼ਾਈਨ ਹੈਗਾ ਅਸੀਂ ਕਨਵਰਟ ਕਰਦੇ ਹਾਂ ਕੰਪਿਊਟਰ ਦੇ ਵਿੱਚ ਉਸਨੂੰ, ਤੇ ਕਿਸ ਤਰ੍ਹਾਂ ਕਰਦੇ ਹਾਂ, ਨੰਬਰਸ ਵਿੱਚ ਦਾ ਕੰਪਿਊਟਰ use to control the cutting and shaping of the material। ਕਹਿਣ ਦਾ ਭਾਵ ਇਹ ਹੈ ਕਿ ਜਦੋਂ ਅਸੀਂ ਕੀ ਕਰਦੇ ਹਾਂ ਕਿ ਨੰਬਰਿੰਗ ਦੇ ਜ਼ਰੀਏ ਅਸੀਂ ਕੰਪਿਊਟਰ ਦੇ ਵਿੱਚ ਉਸਨੂੰ ਪਾ ਦਿੰਦੇ ਹਾਂ ਕਿ ਸਾਨੂੰ ਜੀ ਲੈਂਥ, ਲੰਬਾਈ, ਚੌੜਾਈ ਉਸਦੀ ਇਸ ਤਰ੍ਹਾਂ ਦੀ ਚਾਹੀਦੀ ਹੈ, ਤਾਂ ਉਹ ਜਿਹੜੀ ਕੰਪਿਊਟਰ ਸਾਡੀ ਮਸ਼ੀਨ ਹੈਗੀ ਹੈ ਉਹ ਉਸੇ ਤਰ੍ਹਾਂ ਦਾ ਇੱਕ ਮੈਨੂਫੈਕਚਰ ਪ੍ਰੋਡਕਟ ਜਿਹੜਾ ਹੈਗਾ ਤਿਆਰ ਕਰ ਦਿੰਦੀ ਹੈ। ਤਾਂ ਇਹਦਾ ਜਿਹੜਾ ਫੁੱਲ ਨੇਮ ਹੈਗਾ ਕੰਪਿਊਟਰ ਨੂਮੈਰੀਕਲ ਕੰਟਰੋਲ। ਕਿਉਂਕਿ ਤੁਹਾਨੂੰ ਦੱਸ ਰਹੇ ਕਿ ਜਿੰਨੇ ਤਰ੍ਹਾਂ ਦੀਆਂ ਸਾਡੀਆਂ ਮਸ਼ੀਨਾਂ ਹੈ
ਇਹ ਜਿਹੜੀ ਸਾਡੀ ਮਸ਼ੀਨਸ ਹੈਗੀ ਹੈ ਇਹ ਕੀ ਕਰਦੀ ਹੈ, ਆਪਾਂ ਮੋਡੀਫਾਈ ਕੀਤੀਆਂ ਹੋਈਆਂ, ਯਾਨੀ ਕਿ ਜਿਹੜੀਆਂ ਜਿਵੇਂ ਲੇਥ ਮਸ਼ੀਨ ਹੈਗੀ ਹੈ, ਠੀਕ ਹੈ, ਲੇਥ ਮਸ਼ੀਨ ਦੇ ਵਿੱਚ ਕੀ ਕੰਮ ਕਰਦੀ ਹੈ, ਲੇਥ ਮਸ਼ੀਨ ਜਿਹੜੀ ਟਰਨਿੰਗ ਕਰਦੀ ਹੈ, ਠੀਕ ਹੈ, ਸਟ੍ਰੇਟ ਟਰਨਿੰਗ ਕਰਦੀ ਹੈ, ਸਟੈਪ ਟਰਨਿੰਗ ਕਰਦੀ ਹੈ, ਡ੍ਰਿਲਿੰਗ ਕਰਦੀ ਹੈ, ਰਿਮਿੰਗ ਕਰਦੀ ਹੈ, ਠੀਕ ਹੈ। ਇਹ ਜਿਹੜੇ ਸਾਰੇ ਪ੍ਰੋਸੈਸ ਹੈਗੇ ਇਹ ਆਪਾਂ ਇਸ ਮਸ਼ੀਨ ਦੇ ਨਾਲ ਵੀ ਕਰ ਸਕਦੇ ਹਾਂ। ਪਰ ਕਰ ਕਿਵੇਂ ਸਕਦੇ ਹਾਂ, ਇਸ ਨੂੰ ਚੰਗੇ ਢੰਗ ਨਾਲ, ਯਾਨੀ ਕਿ ਇੱਕ ਤਾਂ ਪ੍ਰੋਸੀਜਨ ਦੇ ਟਾਈਪ ਦੇ ਨਾਲ, ਇੱਕ ਐਕੂਰੇਸੀ ਦੇ ਨਾਲ, ਕਿਉਂਕਿ ਜਦੋਂ ਆਪਾਂ ਲੇਥ ਮਸ਼ੀਨ ਦੇ ਉੱਪਰ ਕੰਮ ਕਰਦੇ ਹਾਂ ਤਾਂ ਸਾਨੂੰ ਇੰਨੀ ਜਿਹੜੀ ਐਕੂਰੇਸੀ ਨਹੀਂ ਮਿਲਦੀ ਜਿਹੜੀ ਕਿ CNC ਮਸ਼ੀਨ ਨਾਲ ਅਸੀਂ ਐਕੂਰੇਸੀ ਔਰ ਪ੍ਰੋਡਕਸ਼ਨ ਨੂੰ ਪ੍ਰੋਪਰਲੀ ਲੈ ਸਕਦੇ ਹਾਂ। ਤਾਂ ਅੱਗੇ ਗੱਲ ਕਰਦੇ ਹਾਂ CNC ਸਿਸਟਮ ਐਲੀਮੈਂਟਸ। ਤਾਂ ਕਿਵੇਂ ਕਿ ਜਿਹੜੀ CNC ਮਸ਼ੀਨ ਹੈ ਹੁਣ ਉਹ ਜਿਹੜਾ ਸਿਸਟਮ ਹੈ ਉਹਦਾ ਕਿਸ ਤਰ੍ਹਾਂ ਦਾ ਹੈ। ਇਹ ਟਿਪੀਕਲ CNC ਸਿਸਟਮ ਕੰਸਿਸਟ ਆਫ ਦਾ ਫੋਲੋਇੰਗ 6 ਐਲੀਮੈਂਟ, ਜਿਹੜੇ 6 ਐਲੀਮੈਂਟ ਦੇ ਉੱਪਰ ਜਿਹੜਾ ਹੈਗਾ ਇਹ ਪ੍ਰੋਸੈਸ ਜਿਹੜਾ ਚੱਲਦਾ ਹੈ CNC ਦਾ। ਸਭ ਤੋਂ ਪਹਿਲਾਂ ਕੀ ਆਉਂਦਾ ਹੈਗਾ, ਪਾਰਟ ਪ੍ਰੋਗਰਾਮਿੰਗ। ਪਾਰਟ ਪ੍ਰੋਗਰਾਮਿੰਗ ਕੀ ਹੈ, ਜਿਹੜੀ ਅਸੀਂ ਜੌਬ ਬਣਾਉਣੀ ਹੈ, ਜਿਸ ਜੌਬ ਦੇ ਅਕੋਰਡਿੰਗ ਜਿਹੜੀ ਸਾਡੀ ਡਰਾਇੰਗ ਹੋਗੀ ਉਸਦਾ ਅਸੀਂ ਪ੍ਰੋਗਰਾਮ ਇੱਕ ਬਣਾਵਾਂਗੇ। ਪ੍ਰੋਗਰਾਮ ਕਹਿਣ ਦਾ ਭਾਵ ਹੈ ਕਿ ਨੰਬਰਿੰਗ ਤੇ ਚੱਲਦਾ ਹੈ, ਕੋਡਿੰਗ ਦੇ ਥਰੂ ਚੱਲਦਾ ਹੈ, ਜਿਹੜਾ ਕੰਪਿਊਟਰ ਦੇ ਵਿੱਚ ਅਸੀਂ ਐਡ ਕਰਦੇ ਹਾਂ। ਜਿਸ ਤਰ੍ਹਾਂ ਹੀ ਉਸਨੂੰ ਐਡ ਕਰਾਂਗੇ ਤਾਂ ਉਹ ਸਾਡਾ ਜਿਹੜਾ ਹੈਗਾ ਜੌਬ ਨੂੰ ਉਸੇ ਤਰੀਕੇ ਨਾਲ ਤਿਆਰ ਕਰਕੇ ਦੇਊਗੀ। ਤੇ ਸੈਕੰਡ ਹੋ ਜਾਂਦਾ ਪ੍ਰੋਗਰਾਮ ਇਨਪੁਟ ਡਿਵਾਈਸ, ਕਿ ਜਿਹੜਾ ਪ੍ਰੋਗਰਾਮ ਹੈਗਾ ਜਿਸ ਡਿਵਾਈਸ ਦੇ ਵਿੱਚ ਅਸੀਂ ਪਾਉਣਾ ਹੈਗਾ ਉਸ ਨੂੰ ਇਨਪੁਟ ਕਰ ਦੇਣਾ ਹੈਗਾ। ਤੇ ਮਸ਼ੀਨ ਕੰਟਰੋਲ ਯੂਨਿਟ, ਉਸ ਤੋਂ ਬਾਅਦ ਜਿਹੜੇ ਆ ਜਾਂਦੇ ਨੇ ਪਾਰਟਸ ਹੈਗੇ ਆ, ਪਾਰਟਸ ਪ੍ਰੋਗਰਾਮ, ਪ੍ਰੋਗਰਾਮ ਯੂਨਿਟ, ਡਿਵਾਈਸ, ਮਸ਼ੀਨ ਕੰਟਰੋਲ ਯੂਨਿਟ, ਡਰਾਈਵ ਸਿਸਟਮ ਤੇ ਮਸ਼ੀਨ ਟੂਲ ਔਰ ਫੀਡਬੈਕ ਸਿਸਟਮ। ਇਹ ਕੀ ਚੀਜ਼ ਹਨ ਤੁਹਾਨੂੰ ਜਿਹੜੀ ਡਰਾਇੰਗ ਦੇ ਵਿੱਚ ਸ਼ੋ ਹੋ ਰਿਹਾ ਹੈਗਾ। ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਹਾਂ, ਕੰਪਿਊਟਰ ਦੇ ਵਿੱਚ ਜਦੋਂ ਆਪਾਂ ਇਸਨੂੰ ਫੀਡ ਕਰਦੇ ਹਾਂ ਪ੍ਰੋਗਰਾਮ ਨੂੰ, ਪ੍ਰੋਗਰਾਮ ਫੀਡ ਕਰਨ ਤੋਂ ਬਾਅਦ ਉਹ ਕੰਪਿਊਟਰ ਜਿਹੜਾ ਹੈਗਾ ਉਸਨੂੰ ਇਨਪੁਟ ਕਰਦਾ ਡਿਵਾਈਸ ਦੇ ਵਿੱਚ। ਤੇ ਫਿਰ ਮਸ਼ੀਨ ਕੰਟਰੋਲ ਦੇ ਵਿੱਚ ਜਿਹੜੇ ਸਾਡੇ ਟੂਲਸ ਹੈ, ਜਿਹੜੇ ਸਾਡੇ ਟੂਲਸ ਲੱਗੇ ਹੋਏ ਆ, ਉਸ ਟੂਲਸ ਨੂੰ ਕੀ ਕਰਦਾ ਹੈਗਾ, ਕਮਾਂਡਸ ਦਿੰਦਾ ਹੈਗਾ। ਕਮਾਂਡਸ ਕਿਵੇਂ ਦਿੰਦਾ ਹੈ ਕਿ ਜਿਹੜਾ ਤੁਸੀਂ ਵਰਕ ਕਰਨਾ ਹੈਗਾ ਉਹ ਕਿਸ ਤਰੀਕੇ ਨਾਲ ਤੁਸੀਂ ਇਹਨੂੰ ਕਰਨਾ ਹੈਗਾ, ਕਿ ਉਹ ਡਾਇਰੈਕਸ਼ਨ ਦੇ ਅਕੋਰਡਿੰਗ, ਯਾਨੀ ਕਿ XYZ ਦੇ ਅਕੋਰਡਿੰਗ, ਕਿ ਉਹ ਕਿਸ ਡਾਇਰੈਕਸ਼ਨ ਦੇ ਅੰਦਰ ਜਾਂ ਟੂਲ ਨੇ मूवमेंट करना है, उसने प्लस जाना है, उसने माइनस जाना है, या उसने कितनी दूरी पे लेके जाना है, वो सारा की करता है, कंट्रोल करता है सिस्टम। अगला नेक्स्ट हैगा टाइप्स ऑफ CNC मशीन। हुण गल करते हैं कि जी टाइप्स है, हुण CNC जी हैगी किन्ने तरह की होंगी है कि हेलो ਜਿਹੜੇ CNC ਆਪਣੇ ਮਸ਼ੀਨਿਸਟ ਦੇ ਬੱਚੇ ਆ ਜਾਂ ਟਰਨਰ ਦੇ ਟ੍ਰੇਡ ਦੇ ਬੱਚੇ ਆ, ਫਿਟਰ ਦੇ ਟ੍ਰੇਡ ਦੇ ਬੱਚੇ ਹੈਗਾ ਇਸ ਮਸ਼ੀਨ ਦੇ ਉੱਪਰ। ਅਸੀਂ ਇਸ ਮਸ਼ੀਨ ਦੇ ਉੱਪਰ ਕੀ ਕਰਨਾ ਹੁੰਦਾ ਹੈ ਕਿ ਕਿਸੇ ਤਰ੍ਹਾਂ ਦੀ ਵੀ ਜੌਬ ਬਣਾਉਣੀ ਹੈ। ਜੌਬ ਕਿਹੜੀ ਹੈਗੀ, ਜਿਵੇਂ ਕਿ ਟਰਨਿੰਗ ਦੀ ਲੇਸ ਜਿਹੜੀ ਉੱਥੇ ਅਸੀਂ ਰਾਉਂਡ ਜੌਬ ਬਣਾਉਂਦੇ ਹਾਂ, ਇਸ ਤੇ ਜਿਹੜੀ ਫਲੈਟ ਜੌਬ ਜਿਹੜੀ ਹੈ ਤਿਆਰ ਕਰਦੇ ਹਾਂ। ਕਿਸੇ ਤਰੀਕੇ ਦੀ ਜਿਹੜੀ ਜੌਬ ਹੈ ਅਸੀਂ ਇਸ ਦੇ ਉੱਪਰ ਤਿਆਰ ਕਰ ਸਕਦੇ ਹਾਂ। ਪਰ ਹੁਣ ਹੈਗੀ ਕੀ ਹੈ, ਕਿਸ ਤਰ੍ਹਾਂ ਦੀ ਟਾਈਪ ਦਿਖਦੀ ਹੈਗੀ ਹੈ, ਦੇਖੋ ਤੁਸੀਂ ਕਿ ਜਿਹੜੀ ਰਾਈਟ ਸਾਈਡ ਤੇ ਹੈਗੀ ਹੈ ਇਹ ਤੁਹਾਡੀ ਆਮ ਨਾਰਮਲ ਜਿਹੜੀ ਹੈਗੀ ਮਿਲਿੰਗ ਮਸ਼ੀਨ ਹੈ, ਤੇ ਇਸ ਦੇ ਨਾਲ ਜਿਹੜੀ ਦੂਸਰੀ ਸਾਈਡ ਤੇ ਲੈਫਟ ਸਾਈਡ ਤੇ ਹੈਗੀ ਹੈ ਇਹ ਜਿਹੜੀ ਮਸ਼ੀਨ ਹੈ ਇਹ ਹੈਗੀ CNC ਮਿਲਿੰਗ ਮਸ਼ੀਨ। यानी कि यह की करती है, यह जी एक मिलिंग मशीन है, इस दे नाल की किया है कंप्यूटर नू अटैच किया गया है, नाल जिहड़ा हैगा कंप्यूटर नू अटैच किया गया है। हुण इस बारे गल पढ़ते हैं की है कि ट्रांसलेट प्रोग्राम कंसिस्ट ऑफ स्पेसिफिक नंबर एंड लैटर टू मूव द स्पिंडल। जिहड़ा स्पिंडल हैगा इसका, इस दे विच आपां नूं पता हैगा की हुंदा हैगा, जिहड़ा टेबल दे उपर असीं जॉब नूं क्लैंप कर लैंदे आ ਤੇ ਜਿਹੜਾ ਸਾਡਾ ਸਪਿੰਡਲ ਹੈਗਾ ਉਹ ਕੀ ਕਰਦਾ, ਰੋਟੇਟ ਕਰਦਾ। ਇਸੇ ਤਰੀਕੇ ਨਾਲ CNC ਦੇ ਵਿੱਚ ਵੀ ਹੁੰਦਾ ਕਿ ਜਿਹੜਾ ਟੇਬਲ ਹੈਗਾ ਅਸੀਂ ਉਸ ਨੂੰ ਜੌਬ ਦੇ ਉੱਪਰ ਕਲੈਂਪ ਕਰ ਲੈਂਦੇ ਆ ਵਾਈਸ ਦੇ ਜਰੀਏ, ਜਾਂ ਕਿਸੇ ਵੀ ਹੋਰ ਜਗ੍ਹਾ ਪਿਕਚਰ ਦੇ ਅਕੋਰਡਿੰਗ ਅਸੀਂ ਜੌਬ ਨੂੰ ਕਲੈਂਪ ਕਰ ਲੈਂਦੇ। ਸਪਿੰਡਲ ਜਦੋਂ ਰੋਟੇਟ ਕਰਦਾ ਹੈ ਤਾਂ ਆਪਾਂ ਨੂੰ ਡਾਇਰੈਕਸ਼ਨ ਦੇਣੀ ਹੈਗੀ ਕਿ ਜੇ ਆਪਾਂ ਮੈਨੂਅਲ ਮਸ਼ੀਨ ਦੀ ਗੱਲ ਕਰਦੇ ਹਾਂ ਕਿ ਕਿਵੇਂ ਕਰਾਂਗੇ ਕਿ ਆਪਾਂ ਜਿਹੜਾ ਸਪਿੰਡਲ ਹੈਗਾ ਉਸ ਨੂੰ ਜੌਬ ਦੇ ਨੇੜੇ ਲੈ ਕੇ ਆਵਾਂਗੇ ਤਾਂ ਉਹ ਕਟਿੰਗ ਕਰਨਾ ਸ਼ੁਰੂ ਕਰੇਗਾ। ਤਾਂ ਇਸੇ ਤਰ੍ਹਾਂ ਜਿਹੜੀ ਸਾਡੀ ਜੌਬ ਹੈ CNC ਦੇ ਵਿੱਚ ਉਹ ਕਿਸ ਤਰ੍ਹਾਂ ਲੋਕੇਸ਼ਨ ਤੇ ਡਿਪੈਂਡ ਕਰਦੀ ਹੈ, ਉਸ ਨੂੰ ਆਪਾਂ G ਕੋਡ ਦੇ ਰਾਹੀਂ ਜਿਹੜਾ ਹੈਗਾ ਉਸ ਨੂੰ ਕਮਾਂਡ ਦਿੰਦੇ ਆ। G ਕੋਡਸ ਜਿਹੜੇ ਹੈਗੇ ਇਸ ਦੇ ਵਿੱਚ ਯੂਜ਼ ਕਰਦੇ ਆ ਆਪਾਂ। ਤਾਂ ਫੰਕਸ਼ਨ ਆਫ ਇਨਕਲੂਡਿੰਗ ਫੇਸ ਮਿਲਿੰਗ
shoulder milling, tapping, drilling, and some even of a turning। ਤਾਂ ਜਿਹੜੇ ਇਹ ਕੰਮ ਆਪਾਂ ਨੋਰਮਲ ਮਸ਼ੀਨ ਦੇ ਉੱਪਰ ਕਰਦੇ ਆ, ਨੋਰਮਲ ਮਸ਼ੀਨ ਦੇ ਉੱਪਰ ਜਿਹੜੇ ਕੰਮ ਕਰਦੇ ਆ, ਇਸੇ ਤਰ੍ਹਾਂ ਆਪਾਂ CNC ਦੇ ਮਸ਼ੀਨ ਦੇ ਉੱਪਰ ਕੰਪਿਊਟਰ ਦੇ ਜ਼ਰੀਏ ਬੜੇ ਈਜ਼ੀ ਤੇ ਆਸਾਨ, ਬਿਲਕੁਲ ਆਸਾਨ ਤਰੀਕੇ ਨਾਲ ਕਰ ਸਕਦੇ ਹਾਂ। ਪਰ ਸਭ ਤੋਂ ਪਹਿਲਾਂ ਇਹ ਹੁੰਦਾ ਹੈ ਕਿ ਇਸ ਮਸ਼ੀਨ ਨੂੰ ਚਲਾਉਣ ਤੋਂ ਲਈ ਸਾਨੂੰ ਕਾਫੀ ਹੀ ਜ਼ਿਆਦਾ ਜਿਹੜੀ ਹੈਗੀ ਆ ਟ੍ਰੇਨਿੰਗ ਲੈਣ ਦੀ ਲੋੜ ਹੁੰਦੀ ਹੈ, ਕਿਉਂਕਿ ਇਹ ਮਸ਼ੀਨਾਂ ਜਿਹੜੀਆਂ ਹੁੰਦੀਆਂ ਹਨ ਬਹੁਤ ਜ਼ਿਆਦਾ ਕੋਸਟਲੀ ਮਸ਼ੀਨਸ ਹੁੰਦੀਆਂ। ਕਿਉਂਕਿ ਜਿਹੜੀ ਨਾਰਮਲ ਮਸ਼ੀਨ ਹੈਗੀ ਆ, ਆਪਾਂ ਆਮ ਜਿਹੜੀ ਮਸ਼ੀਨ ਵਰਤਦੇ ਆ ਉਹ 2-3 ਲੱਖ 4-5 ਲੱਖ ਚ ਆ ਜਾਂਦੀ ਹੈ, ਬਟ ਜਿਹੜੀ CNC ਮਸ਼ੀਨ ਹੈ ਇਹਦੀ ਵੈਲਿਊ ਜਿਹੜੀ ਹੈਗੀ ਆ ਉਹ ਲੱਖਾਂ ਚ ਚਲੇ ਜਾਂਦੀ ਹੈ। ਇਸ ਕਰਕੇ ਇਸ ਨੂੰ ਜਦੋਂ ਅਸੀਂ ਯੂਜ਼ ਕਰਦੇ ਹਾਂ ਤਾਂ ਸਾਨੂੰ ਪ੍ਰੋਪਰ ਟ੍ਰੇਨਿੰਗ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਤੇ ਹੁਣ ਅਸੀਂ ਕੀ ਗੱਲ ਕਰਦੇ ਹਾਂ ਕਿ ਟੁਡੇ CNC ਮਿਲ ਜਿਹੜੀ ਹੈਗੀ ਹੈ 3 to 6 ਐਕਸਿਸ, ਯਾਨੀ ਕਿ ਇਸ ਮਿਲਿੰਗ ਮਸ਼ੀਨ ਦੇ ਵਿੱਚ 3 ਐਕਸਿਸ ਤਾਂ ਨਾਰਮਲੀ ਆਉਂਦੀ ਹੈ, ਜਿਹੜੀ ਟਰਨਿੰਗ ਸੈਂਟਰ ਦੇ ਵਿੱਚ ਵੀ ਆ ਜਾਂਦੀ ਹੈ, ਜਿਹੜੀ ਕਿ CNC ਲੇਥ ਮਸ਼ੀਨ ਦੇ ਵਿੱਚ। ਬਟ ਜਿਹੜੀ ਆਪਣੀ ਅਜਿਹੀ ਜੌਬਸ ਹੈਗੀਆਂ ਜਿਹੜੀਆਂ ਕਿ ਮਿਲਿੰਗ ਦੇ ਉੱਪਰ ਅਸੀਂ ਬਣਾਉਂਦੇ ਆ, ਉਹ ਸਾਨੂੰ 3 to 6 ਐਕਸਿਸ ਮਤਲਬ ਕਿ ਡਾਇਰੈਕਸ਼ਨ, ਯਾਨੀ ਕਿ ਜਿਹੜਾ ਟੂਲ ਹੈਗਾ, ਅਗਰ ਆਪਾਂ ਗੱਲ ਕਰਦੇ ਹਾਂ ਹੁਣ ਅਸੀਂ ਜੌਬ ਬਣਾ ਰਹੇ ਹਾਂ, ਸਪੋਜ਼ ਕਰਦੇ ਹਾਂ ਕਿ ਸਾਨੂੰ ਇੱਕ ਡਰਿਲ ਬਿਟ ਮਿਲ ਗਿਆ ਹੈਗਾ, ਜਿਹੜਾ ਉਸ ਡਰਿਲ ਦੀ ਆਪਣੀ ਫਲੂਇਡ ਨੂੰ ਅਸੀਂ ਗ੍ਰਾਈਂਡ ਕਰਨਾ ਹੈਗਾ ਜਾਂ ਫਿਰ ਸਾਨੂੰ ਉਸ ਡਰਿਲ ਕਟਿੰਗ ਕਰਨਾ ਹੈਗਾ, ਤਾਂ ਉਹਦੇ ਲਈ ਸਾਨੂੰ ਕੀ ਕਰਨਾ ਪੜੇਗਾ, ਕਿਉਂਕਿ ਨਾਰਮਲ ਮਸ਼ੀਨ ਤੇ ਉਹ ਕੰਮ ਨਹੀਂ ਹੋਊਗਾ। ਤਾਂ ਉਸ ਲਈ ਸਾਨੂੰ ਜਿਹੜੀ ਹੈਗੀ CNC ਦੇ 5 ਐਕਸਿਸ ਜਾਂ 6 ਐਕਸਿਸ ਦੀ ਜਿਹੜੀ ਵਰਤੋਂ ਕਰਨੀ ਪਏਗੀ। ਅੱਗੇ ਆਪਾਂ ਤੁਹਾਨੂੰ ਦਿਖਾਊਂਗਾ ਕਿ ਉਹ ਮਸ਼ੀਨ ਕਿਵੇਂ ਦੀ ਹੁੰਦੀ ਹੈ, ਕਿਵੇਂ ਵਰਕ ਕਰਦੀ ਹੈ। 3 to 6 ਐਕਸਿਸ ਜਿਹੜੀ ਮਸ਼ੀਨ ਦੀ ਮੈਂ ਗੱਲ ਆ ਜੀ, ਲੇਥ ਟਰਨਿੰਗ ਮਸ਼ੀਨ। ਲੇਥ ਟਰਨਿੰਗ ਮਸ਼ੀਨ ਇਹ ਕੀ ਹੁੰਦੀ ਹੈ, ਆਪਾਂ ਆਪ ਦੇਖਦੇ ਹਾਂ, ਅਸੀਂ ਲੇਥ ਦੇ ਸਾਰੇ ਬੱਚਿਆਂ ਨੇ ਵੀ ਕੰਮ ਕੀਤਾ ਹੈ, ਸਾਰੇ ਟੀਚਰ ਸਾਹਿਬਾਨ ਬੜੇ ਵਧੀਆ ਢੰਗ ਨਾਲ ਕੰਮ ਕਰਾਉਂਦੇ ਆ। ਪਰ ਇਹਦੇ ਵਿੱਚ ਕੀ ਹੁੰਦਾ ਹੈਗਾ, ਜਿਹੜੀ ਇਹ ਮਸ਼ੀਨ ਹੈ ਇਹ ਕੀ ਕਰਦੀ ਹੈ, ਕੱਟ ਵਰਕ ਪੀਸ ਵਿਲ ਦੇ ਆਰ ਰੋਟੇਟਡ, ਜਿਹੜੇ ਜਿਹੜੇ ਜੌਬ ਰੋਟੇਟ ਕਰਦੀ ਹੈ, ਅਸੀਂ ਇਸ ਤੇ ਜ਼ਿਆਦਾ ਕੰਮ ਕਰਦੇ ਹਾਂ। ਮੇਕੈਸਟ ਫਾਸਟ ਪ੍ਰਸੀਜਨ ਕੱਟ, ਜੇ ਅਸੀਂ ਲੇਥ ਮਸ਼ੀਨ ਨੂੰ CNC ਨਾਲ ਅਟੈਚ ਕਰਦੀ ਹੈ, ਜਿਹੜੀ ਕਿ CNC ਜਿਹੜੀ ਲੇਥ ਮਸ਼ੀਨ ਲਵਾਂਗੇ ਤਾਂ ਨਾਰਮਲ ਮਸ਼ੀਨ ਦੇ ਅਕੋਰਡਿੰਗ ਪ੍ਰਸੀਜਨ ਕੱਟ ਕਰੂਗੀ ਤੇ ਜਨਰਲੀ ਯੂਜ਼ਿੰਗ ਆਫ ਇੰਡੈਕਸੇਬਲ ਟੂਲ ਐਂਡ ਡਰਿਲਸ, ਜਿਹੜੇ ਇਹਦੇ ਟੂਲਸ ਨੇ, ਕਿਉਂਕਿ ਆਪਾਂ ਕੀ ਕਰਦੇ ਹਾਂ, ਜਿਹੜੇ ਆਪਣੀ ਆਮ ਲੇਥ ਮਸ਼ੀਨ ਦੇ ਵਿੱਚ ਅਸੀਂ ਕਿੰਨੇ ਟੂਲ ਬੰਨ ਸਕਦੇ ਹਾਂ, ਮੈਕਸਿਮਮ 4 ਟੂਲ ਬੰਨ ਸਕਦੇ ਹਾਂ। ਬਟ ਜਿਹੜੀ ਸਾਡੀ CNC ਲੇਥ ਮਸ਼ੀਨ ਹੈ ਉਸ ਦੇ ਵਿੱਚ ਜਿਹੜਾ ਟੂਲ ਅਸੀਂ ਯੂਜ਼ ਕਰਦੇ ਹਾਂ ਉਹ ਕਿੰਨੇ ਕਰਦੇ ਹਾਂ, 8 ਟੂਲ ਯੂਜ਼ ਕਰਦੇ ਹਾਂ, 8 ਟੂਲ ਯੂਜ਼ ਕਰਦੇ ਹਾਂ, ਠੀਕ ਹੈ, 10 ਟੂਲ ਯੂਜ਼ ਕਰ ਸਕਦੇ ਹਾਂ ਇੱਕੋ ਵਾਰੀ। ਡ੍ਰਿਲਿੰਗ ਕਰ ਸਕਦੇ ਹਾਂ, ਟਰਨਿੰਗ ਦੇ ਅਲੱਗ-ਅਲੱਗ ਟੂਲਸ, ਜਿਵੇਂ ਕਿ ਆਪਾਂ ਚੈਂਫਰਿੰਗ ਕਰਨੀ ਹੈ ਸਾਨੂੰ ਉਹਦੇ ਲਈ ਅਲੱਗ ਟੂਲ ਲਗਾਉਣਾ ਪੈਂਦਾ ਹੈ, ਥ੍ਰੈਡਿੰਗ ਕਰਨੀ ਪੈਂਦੀ ਹੈ ਉਹਦੇ ਲਈ ਸਾਨੂੰ ਅਲੱਗ ਟੂਲ ਯੂਜ਼ ਕਰਨਾ ਪੈਂਦਾ। ਇਸੇ ਤਰ੍ਹਾਂ ਇਸ ਮਸ਼ੀਨ ਵਿੱਚ ਵੀ ਟੂਲ ਅਲੱਗ ਯੂਜ਼ ਹੁੰਦੇ ਹਨ, ਬਟ ਕੀ ਕਰ ਰਹੀ ਹੈ ਮਸ਼ੀਨ ਇੰਨੀ ਸਪੀਡ ਦੇ ਨਾਲ ਨੂੰ ਰੋਟੇਟ ਕਰਦੀ ਹੈ, ਜੇ ਆਪਾਂ ਇਸ ਨੂੰ ਗੈਸ ਵੀ ਨਹੀਂ ਕਰ ਸਕਦੇ, ਕਿਉਂਕਿ ਜਿਹੜੀ ਜੌਬ ਸਾਡੀ 1 ਘੰਟੇ ਵਿੱਚ ਤਿਆਰ ਹੋਣੀ ਹੈ ਲੇਥ ਮਸ਼ੀਨ ਦੇ ਵਿੱਚ, ਨਾਰਮਲ ਲੇਥ ਮਸ਼ੀਨ ਦੇ ਉੱਪਰ, ਉਹ ਅਸੀਂ ਘੱਟ ਤੋਂ ਘੱਟ 3 ਤੋਂ 4 ਮਿੰਟ ਦੇ ਵਿੱਚ ਅਸੀਂ ਜੌਬ ਨੂੰ ਵਰਕ ਤਿਆਰ ਕਰਕੇ ਕਰ ਸਕਦੇ ਹਾਂ। ਤੇ ਇਸੇ ਕਰਕੇ ਇਹ ਜਿਹੜੀ ਹੈਗੀ ਹੈ ਇਹ ਡਿਜ਼ਾਈਨ ਕੀਤੀ ਗਈ ਹੈ ਤਾਂ ਕਿ ਜਿਹੜਾ ਸਾਡਾ ਵਰਕਲੋਡ ਹੈਗਾ, ਉਹ ਪ੍ਰੋਡਕਸ਼ਨ ਹੈਗੀ ਉਹ ਜ਼ਿਆਦਾ ਹੋ ਸਕੇ ਤੇ ਟਾਈਮ ਸਾਡਾ ਬਚ ਸਕੇ, ਕਿਉਂਕਿ ਇੰਡਸਟਰੀ ਵਿੱਚ ਹਮੇਸ਼ਾ ਇਦਾਂ ਹੀ ਹੁੰਦਾ ਹੈ ਕਿ ਉਹਨਾਂ ਨੂੰ ਪ੍ਰੋਡਕਸ਼ਨ ਦੀ ਲੋੜ ਹੁੰਦੀ ਹੈ, ਨਾ ਕਿ ਟਾਈਮ ਜਿੰਨਾ ਘੱਟ ਲੱਗੇਗਾ ਉਹਨਾਂ ਦੇ ਲਈ ਬੈਨੀਫਿਟਸ ਹੁੰਦਾ ਹੈਗਾ। ਤਾਂ ਸਿਮਿਲਰ ਕੰਟਰੋਲ ਆਫ ਸਪੈਸੀਫਿਕੇਸ਼ਨ ਆਫ CNC milling and can often read G ਕੋਡ, ਯਾਨੀ ਕਿ G ਕੋਡ ਦੇ ਨਾਲ ਜਿਹੜਾ ਹੈਗਾ ਇਹ ਆਪਣੇ ਕੰਮ ਕਰਦੀ ਹੈ। ਜਨਰਲੀ ਹੈਵ 2 ਐਕਸਿਸ, ਜਿਹੜੀ ਇਹ ਆਮ ਲੇਥ ਮਸ਼ੀਨ ਹੈ ਉਹ X ਐਂਡ Z ਦੇ ਉੱਪਰ ਡਿਪੈਂਡ ਕਰਦੀ ਹੈ, ਕਿਉਂਕਿ X ਜਿਹੜਾ ਹੈਗਾ ਉਹ ਪਲੱਸ ਮਾਈਨਸ ਹੁੰਦਾ ਰਹਿੰਦਾ। ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਇੱਕ ਨਾਰਮਲ ਲੈਂਥ ਬਣਾ ਰਹੇ ਹਾਂ ਜੌਬ ਦੀ, ਯਾਨੀ ਕਿ ਰਾਊਂਡ ਜੌਬ ਹੈਗੀ ਹੈ, ਉਹਦਾ ਅਸੀਂ ਕੀ ਕਰਾਂਗੇ, ਲੈਂਥ ਨੂੰ ਕਟਿੰਗ ਕਰਨਾ ਹੈਗਾ, ਤਾਂ ਉਹਦੇ ਲਈ ਅਸੀਂ ਕੀ ਕਰਾਂਗੇ ਕਿ X ਨੂੰ ਪਲੱਸ ਕਰਦੇ ਹਾਂ ਤਾਂ ਜਿਹੜਾ ਹੈਗਾ ਸਾਡਾ ਕਟਿੰਗ ਕਰਨਾ ਟੂਲ ਸ਼ੁਰੂ ਕਰੂਗਾ, ਅਗਰ X ਨੂੰ ਮਾਈਨਸ ਕਰਦੇ ਹਾਂ ਤਾਂ ਜਿਹੜਾ ਟੂਲ ਹੈ ਸਾਡਾ ਉਹ ਆਊਟਸਾਈਡ ਤੋਂ ਬਾਹਰ ਆ ਜਾਏਗਾ। ਤੇ Z ਦਾ ਮਤਲਬ ਇਹ ਹੈ ਕਿ ਡੈਪਥ ਆਫ ਕੱਟ, ਯਾਨੀ ਕਿ ਜਿਹੜਾ Z ਕੀ ਕਰਦਾ ਹੈਗਾ, Z ਇਸ ਨੂੰ ਸ਼ੋ ਕਰਦਾ ਹੈ ਕਿ ਡੈਪਥ ਆਫ ਕੱਟ, ਯਾਨੀ ਕਿ ਜਿਹੜੀ ਅਸੀਂ ਕਟਿੰਗ ਨੂੰ ਫੀਡ ਦੇਣੀ ਹੈਗੀ ਹੈ ਕਿੰਨੀ ਦੇਣੀ ਹੈਗੀ ਹੈ ਉਹਨੂੰ ਸ਼ੋ ਕਰਦਾ ਹੈ, ਤੇ ਉਸ ਦੇ ਅਕੋਰਡਿੰਗ ਇਹ ਵਰਕ ਕਰਦਾ ਹੈ। ਬਟ ਨੈਵਰ ਮੋਡਲ ਹੈਵ ਏ ਮੋਰ ਐਕਸਿਸ allowing for the more advanced job
ਟੂ ਬੀ ਮਸ਼ੀਨ। ਜਿਹੜੀ ਆਪਾਂ ਕੋਈ ਵੀ ਅਜਿਹੀ ਜੌਬ ਹੈ ਜਿਹੜੀ ਐਡਵਾਂਸ ਹੋਊਗੀ ਅਸੀਂ ਉਸ ਨਾਲ ਇਸ ਮਸ਼ੀਨ ਦੇ ਉੱਪਰ ਕਰਦੇ ਹਾਂ। ਤੇ ਨੈਕਸਟ ਆ ਗਈ ਹੈ ਗ੍ਰਾਈਂਡਿੰਗ ਮਸ਼ੀਨ। ਹੁਣ ਇਹ ਗ੍ਰਾਈਂਡਿੰਗ ਜਿਹੜੀ ਮਸ਼ੀਨ ਹੈ, ਗ੍ਰਾਈਂਡਿੰਗ ਮਸ਼ੀਨ ਇੱਕ ਅਜਿਹੀ ਮਸ਼ੀਨ ਹੈ ਸਾਡੀ ਕਿ ਜਿਹਦੇ ਨਾਲ ਅਸੀਂ ਕੀ ਕਰਦੇ ਹਾਂ, ਗ੍ਰਾਈਂਡਿੰਗ ਕਰਨੀ ਹੈ। ਮੰਨ ਲਓ ਆਪਾਂ ਸਿਲੈਂਡਰੀਕਲ ਗ੍ਰਾਈਂਡਿੰਗ ਕਰਨੀ ਹੈ, ਸਰਫੇਸ ਗ੍ਰਾਈਂਡਿੰਗ ਕਰਨੀ ਹੈ, ਉਸ ਦੇ ਲਈ ਵੀ ਜਿਹੜੀ ਹੈਗੀ ਮਸ਼ੀਨ ਜਿਹੜੀ ਹੈਗੀ ਹੈ ਇਹ ਅਲੱਗ ਬਣੀਆਂ ਹੋਈਆਂ ਕਿ ਜਿਵੇਂ ਕਿ ਤੁਹਾਨੂੰ ਸ਼ੋਅ ਹੋ ਰਹੀ ਹੈ ਇਸ ਪਿਕਚਰ ਦੇ ਵਿੱਚ ਕਿ ਇਹਦੇ ਵਿੱਚ ਇੱਕ ਸਾਈਡ ਤੇ ਪਈ ਹੈਗੀ ਹੈ ਸਿਲੈਂਡਰੀਕਲ ਗ੍ਰਾਈਂਡਰ ਪਿਆ ਹੈਗਾ। ਸਿਲੈਂਡਰੀਕਲ ਗ੍ਰਾਈਂਡਰ ਕੀ ਕੰਮ ਕਰਦਾ ਆਪਾਂ ਨੂੰ ਸਭ ਨੂੰ ਪਤਾ ਹੈਗਾ। ਸਿਲੈਂਡਰੀਕਲ ਗ੍ਰਾਈਂਡਰ ਕੀ ਕਰਦਾ, ਪ੍ਰੋਸੀਜਨ ਦੇ ਲਾਸਟ ਆਪਰੇਸ਼ਨ ਹੁੰਦਾ ਹੈ ਜਦੋਂ ਜੌਬ ਸਾਡੀ ਫਾਈਨਲਾਈਜ਼ ਹੋ ਜਾਂਦੀ ਹੈ, ਹਾਰਡਨਨ ਤੋਂ ਬਾਅਦ, ਹਾਰਡਿੰਗ ਤੋਂ ਬਾਅਦ ਸਾਡੀ ਜੌਬ ਜਿਹੜੀ ਹੈ ਇਸ ਆਪਰੇਸ਼ਨ ਦੇ ਉੱਪਰ ਜਾਂਦੀ ਹੈ। ਤਾਂ ਇਸ ਨੂੰ ਵੀ ਸਾਨੂੰ ਟਾਈਮ ਲੱਗਦਾ ਹੈਗਾ। ਇਸ ਮਸ਼ੀਨ ਦੇ ਉੱਪਰ ਵੀ ਸਾਨੂੰ ਟਾਈਮ ਬਹੁਤ ਜਿਹੜਾ ਬਚਾਉਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਪ੍ਰੋਡਕਸ਼ਨ ਹੁੰਦੀ ਹੈ ਕਿ ਮੰਨ ਕੇ ਚੱਲੀਏ ਅਸੀਂ ਕਿ 1 ਘੰਟੇ ਦੇ ਵਿੱਚ ਸਾਨੂੰ ਅਗਰ 100 ਪੀਸ ਲੈਣੇ ਆ ਤਾਂ ਅਸੀਂ ਇਸ ਮਸ਼ੀਨ ਤੋਂ ਲੈ ਸਕਦੇ ਹਾਂ ਇੱਕ ਆਪਰੇਸ਼ਨ ਦੇ ਉੱਪਰ। ਤੇ ਕਿਉਂਕਿ ਜਿਹੜੀ ਇਹ ਮਸ਼ੀਨ ਹੈ ਇੱਕ ਵਾਰੀ ਸੈਟਿੰਗ ਹੋਣ ਤੇ ਹੀ ਡਿਪੈਂਡ ਕਰਦੀ ਹੈ। ਸੈਟਿੰਗ ਹੋਣ ਤੋਂ ਬਾਅਦ ਇਹ ਮਸ਼ੀਨ ਨਾਰਮਲ ਚੱਲਦੀ ਰਹਿੰਦੀ ਹੈ ਤੇ 100 ਪੀਸ 1 ਆਵਰ ਦੇ ਵਿੱਚ ਇਹ ਕੰਪਲੀਟ ਕਰ ਦਿੰਦੀ ਹੈ। ਤੇ ਉਸ ਤੋਂ ਬਾਅਦ ਆ ਜਾਈਏ 5 ਐਕਸਿਸ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ। 5 ਐਕਸਿਸ CNC ਮਸ਼ੀਨ ਕੀ ਹੁੰਦੀ ਹੈ ਕਿ ਇਹਦੇ ਵਿੱਚ ਕੀ ਹੁੰਦਾ ਹੈਗਾ 5 ਐਕਸਿਸ ਦੇ ਵਿੱਚ ਐਕਸਿਸ X Y Z ਤਾਂ ਇਹ 3 ਡਾਇਰੈਕਸ਼ਨ ਹੋ ਗਈਆਂ ਹਨ ਤੇ A ਐਂਡ B ਯਾਨੀ ਕਿ 3 ਡਾਇਰੈਕਸ਼ਨ ਜਿਹੜੀਆਂ ਪਹਿਲਾਂ ਸੀਗੀ ਜਿਹੜੀ ਆਪਾਂ ਨਾਰਮਲ ਮਸ਼ੀਨ ਦੇ ਵਿੱਚ ਵਰਤਦੇ ਹਾਂ ਜਿਵੇਂ ਕਿ X ਐਂਡ ਮੈਂ Z ਦੀ ਗੱਲ ਕਰ ਰਿਹਾ ਸੀ ਆਪਾਂ ਕੀ ਕਰਦੇ ਹਾਂ ਲੇਥ ਮਸ਼ੀਨ ਦੇ ਵਿੱਚ ਵਰਤਦੇ ਹਾਂ ਤੇ X Y ਐਂਡ Z ਇਹ ਅਸੀਂ ਕੀ ਕਿਸ ਤੇ ਵਰਤਦੇ ਹਾਂ ਜ਼ਿਆਦਾਤਰ ਜਿਹੜੀਆਂ ਮਸ਼ੀਨਸ ਹੈਗੀ ਹੈ ਮਿਲਿੰਗ ਮਸ਼ੀਨ ਦੇ ਵਿੱਚ ਕਿਉਂਕਿ ਸਾਨੂੰ ਜਿਹੜਾ ਹੈਗਾ ਜਿਹੜਾ ਉੱਪਰਲਾ ਜਿਹੜਾ ਟੇਬਲ ਵੀ ਹੈਗਾ ਟੇਬਲ ਵੀ ਮੂਵਮੈਂਟ ਕਰਦਾ ਇਹਦੇ ਵਿੱਚ ਠੀਕ ਹੈ। ਉਸ ਤੋਂ ਬਾਅਦ ਉਹਦਾ ਜਿਹੜਾ ਕਟਰ ਵੀ ਹੈਗਾ ਉਹ ਵੀ ਪੂਰਾ ਰੋਟੇਟ ਕਰ ਦਿੰਦਾ ਹੈਗਾ 360 ਡਿਗਰੀ ਦੇ ਉੱਪਰ। ਤਾਂ ਇਸ ਲਈ ਜਿਹੜਾ ਹੈਗਾ ਡਾਇਰੈਕਸ਼ਨ ਹੈਗੀ ਹੈ X Y Z ਐਂਡ A ਐਂਡ B ਯਾਨੀ ਕਿ ਇਹਦੇ ਵਿੱਚ ਕੀ ਹੁੰਦਾ ਹੈਗਾ ਜਿਹੜੀ ਮੈਂ ਤੁਹਾਨੂੰ ਅਗਲੀ ਜੌਬ ਦਿਖਾਣਾ ਹੈ ਹਾਂਜੀ ਡਿਫੀਕਲਟ ਜੌਬ ਆਪਰੇਸ਼ਨ ਹੈਗੀ ਹੈ ਇਹ ਤੁਹਾਨੂੰ ਪਿਕਚਰ ਦਿਖ ਰਹੀ ਹੈ ਇਹਦੇ ਸਾਹਮਣੇ ਨੈਕਸਟ ਉਹਦੇ ਵਿੱਚ PPT ਦੇ ਵਿੱਚ। ਤਾਂ ਇਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਜੌਬ ਬਣ ਰਹੀ ਹੈ ਕਿ ਉਸ ਜੌਬ ਦੇ ਵਿੱਚ ਜਿਹੜਾ ਟੂਲ ਹੈ ਉਹ ਬਿਲਕੁਲ ਮੂਵ ਕਰ ਰਿਹਾ। ਸਰ ਇੱਕ ਮਿੰਟ ਨੈਕਸਟ ਸਰ ਕਰਨਾ ਸਰ। ਤੇ ਜਿਹੜੀ ਇਹ ਜੌਬ ਹੈ ਡਿਫੀਕਲਟ ਆਪਰੇਸ਼ਨ ਜਿਹੜੀ ਜੌਬ ਚੱਲ ਰਹੀ ਹੈ ਹੁਣ ਇਹਦੇ ਵਿੱਚ ਤੁਸੀਂ ਧਿਆਨ ਨਾਲ ਦੇਖਿਆ ਜਾਏਗਾ ਜਿਹੜੀ ਜੌਬ ਹੈ ਸਾਡੀ ਉਹ ਟੇਬਲ ਦੇ ਉੱਪਰ ਕਲੈਂਪ ਕੀਤੀ ਹੋਈ ਹੈ ਤੇ ਪਰ ਜਿਹੜਾ ਟੂਲ ਹੈ ਉਹ ਟੂਲ ਦੀ ਡਾਇਰੈਕਸ਼ਨ ਅਗਰ ਦੇਖਿਆ ਜਾਏ ਤਾਂ ਤਿੰਨਾਂ ਟੂਲਾਂ ਦੀ ਅਲੱਗ-ਅਲੱਗ ਹੈ। ਯਾਨੀ ਕਿ ਜਦੋਂ ਅਸੀਂ ਇਸ ਤਰ੍ਹਾਂ ਦਾ ਕੋਈ ਆਪਰੇਸ਼ਨ ਕਰਨਾ ਹੋਵੇ ਇਹ ਆਮ ਮਸ਼ੀਨ ਦੇ ਉੱਪਰ ਪੋਸੀਬਲ ਨਹੀਂ ਹੈ। ਆਮ ਮਸ਼ੀਨ ਦੇ ਉੱਪਰ ਅਸੀਂ ਨਹੀਂ ਕਰ ਸਕਦੇ ਕਿਉਂਕਿ ਜਿਹੜੀ ਮਸ਼ੀਨ ਇਹ ਬਣਾਈ ਗਈ ਹੈ 5 ਐਕਸਿਸ ਮਸ਼ੀਨ ਹੈ ਇਹ ਆਪਾਂ ਇਸ ਮਸ਼ੀਨ ਦੇ ਉੱਪਰ ਕਰ ਸਕਦੇ ਹਾਂ ਕਿਉਂਕਿ ਜਿਹੜੀ ਜੌਬ ਹੈ ਤੁਹਾਡੀ ਦੇਖ ਰਹੇ ਹਾਂ ਅਸੀਂ ਕਿ ਟੇਬਲ ਉੱਤੇ ਇਦਾਂ ਹੀ ਕਲੈਂਪ ਹੋਈ ਹੈ ਪਰ ਜਿਹੜਾ ਟੂਲ ਦੀ ਜਿਹੜੀ ਸਪਿੰਡਲ ਹੈ ਉਹ ਸਾਡਾ ਹੈਗਾ ਬਿਲਕੁਲ ਮੂਵ ਕਰ ਰਿਹਾ ਹੈਗਾ ਤਿੰਨੋਂ ਪਾਸੇ ਜਿਹੜਾ ਹੈਗਾ ਰੋਟੇਟ ਕਰ ਦਿੰਦਾ ਹੈਗਾ। ਰੋਟੇਟ ਕਰਨ ਦੇ ਨਾਲ ਕਿਸੇ ਤਰ੍ਹਾਂ ਵੀ ਜਾ ਕੇ ਇਹ ਕਟਿੰਗ ਕਰ ਦਿੰਦਾ ਹੈ ਕਿਉਂਕਿ ਇਸ ਤਰ੍ਹਾਂ ਦੀ ਜੌਬ ਨਾਲ ਲਈ ਸਾਨੂੰ ਘੱਟੋ ਘੱਟ ਵੀ ਆਪਾਂ ਮੰਨ ਕੇ ਚੱਲੀਏ ਤਾਂ ਪੂਰਾ ਦਿਨ ਹੀ ਸਾਡਾ ਨਿਕਲ ਜਾਊਗਾ ਕਿਉਂਕਿ ਸੈਟਿੰਗ ਬਾਰ-ਬਾਰ ਕਰਨ ਦੇ ਨਾਲ ਕਿਉਂਕਿ ਸੈਟਿੰਗ ਕਰਦੇ ਰਹਾਂਗੇ ਤਾਂ ਸਾਡਾ ਜਿਹੜਾ ਟਾਈਮ ਹੈਗਾ ਵੇਸਟ ਹੁੰਦਾ ਰਹੇਗਾ। ਤਾਂ ਜਿਹੜੀ ਇਹ ਮਸ਼ੀਨ ਹੈਗੀ ਹੈ ਇਸ ਮਸ਼ੀਨ ਦੇ ਨਾਲ ਅਸੀਂ ਜਿਹੜੀ ਮੈਕਸਿਮਮ ਜੌਬ ਜਿਹੜਾ ਹੈਗਾ ਅਗਰ ਅਸੀਂ ਮੰਨ ਕੇ ਚੱਲਦੇ ਹਾਂ 1 ਆਵਰ ਦੇ ਵਿੱਚ ਅਸੀਂ ਇਸ ਜੌਬ ਨੂੰ ਕੰਪਲੀਟ ਕਰ ਸਕਦੇ ਹਾਂ ਅਗਰ ਦੇਖਿਆ ਜਾਏ ਇਸ ਮਸ਼ੀਨ ਦੇ ਉੱਪਰ। ਬਟ ਪ੍ਰੋਬਲਮ ਕੀ ਹੈਗੀ ਕਿ ਮਸ਼ੀਨ ਜਿਹੜੀਆਂ ਹੈਗੀਆਂ ਸਾਡੀਆਂ ਬਹੁਤ ਜ਼ਿਆਦਾ ਮਹਿੰਗੀਆਂ ਮਸ਼ੀਨਾਂ ਹੈਗੀਆਂ ਇਸ ਲਈ ਅਸੀਂ ਇਹਨੂੰ ਇੰਡਸਟਰੀ ਘੱਟ ਵਰਤੋਂ ਕਰਦੇ ਹਾਂ ਬਟ ਅੱਜ ਕੱਲ੍ਹ ਇਹਨਾਂ ਦੀ ਬਹੁਤ ਜ਼ਿਆਦਾ ਨੀਡ ਹੈ ਕਿਉਂਕਿ ਇਹ ਜਿਹੜਾ ਹੈਗਾ ਵਰਕ ਦੇ ਲਈ ਈਜ਼ੀ ਕਰ ਦਿੰਦੀ ਹੈ ਹਰੇਕ ਵਰਕ। ਤੇ ਨੈਕਸਟ ਗੱਲ ਕਰਦੇ ਹਾਂ ਹੁਣ CNC ਮਸ਼ੀਨ ਇਜ਼ ਨੈਸੈਸਰੀ। ਵਾਈ CNC ਮਸ਼ੀਨ ਨੈਸੈਸਰੀ ਕਿਉਂ ਜ਼ਰੂਰੀ ਕਿਉਂ ਪੈ ਗਈ ਹੈ ਕਿਉਂਕਿ ਜਿਹੜੇ ਅੱਜ ਕੱਲ੍ਹ ਦਾ ਮੈਨੂਫੈਕਚਰ ਕੰਪਲੈਕਸ ਹੈ ਕਰਵ ਜਿਵੇਂ ਹੁਣ ਆਪਾਂ ਪਿਛਲੇ ਉਹਦੀ ਗੱਲ ਕਰ ਰਹੇ ਸੀਗੇ ਜਿਓਮੈਟ੍ਰਿਕ ਇਨ 2D ਐਂਡ 3D ਆਪਾਂ ਗੱਲ ਕਰਦੇ ਹਾਂ ਕਿ 2D ਐਂਡ 3D ਜਿਹੜੀ ਜੌਬਸ ਹੈ ਤੁਹਾਡੀ ਉਹਦੇ ਵਾਲੀ ਆਪਾਂ ਕੀ ਕਰ ਸਕਦੇ ਹਾਂ ਇਸ ਮਸ਼ੀਨ ਨੂੰ ਆਪਾਂ ਵਰਤ ਕੇ ਯੂਜ਼ ਕਰਦੇ ਹਾਂ। ਤਾਂ ਮਸ਼ੀਨਿਕ ਕੰਪੋਨੈਂਟ ਵਿਦ ਏ ਹਾਈ ਰਿਪੀਟੇਬਲੀ ਐਂਡ ਪ੍ਰੋਸੀਜਨ ਕਿ ਕੀ ਹੈਗਾ ਕਿ ਜਿਹੜਾ ਮਸ਼ੀਨਿੰਗ ਹੈਗਾ ਕੰਪੋਨੈਂਟ ਹੈਗਾ ਜਿਹੜਾ ਸਾਡਾ ਹਾਈ ਰਿਪੀਟੇਬਲ ਹੋ ਚੁੱਕਾ ਹੈ ਪ੍ਰੋਸੀਜਨ ਦੇ ਲਈ ਸਾਨੂੰ ਲੋੜ ਪੈਂਦੀ ਹੈ। ਤਾਂ ਨੈਕਸਟ ਆ ਜੀ ਅਨਵਾਂਟਡ ਮਸ਼ੀਨ ਆਪਰੇਸ਼ਨ। ਆਪਾਂ ਕਿਸੇ ਤਰ੍ਹਾਂ ਦੀ ਵੀ ਮਸ਼ੀਨ ਦੇ ਨਾਲ ਗੱਲ ਕਰਨੀ ਹੈ ਅਨਵਾਂਟਡ ਮਸ਼ੀਨ ਆਪਰੇਸ਼ਨ ਕਰਨੇ ਆ ਤਾਂ ਆਪਾਂ ਇਸ ਮਸ਼ੀਨ ਦੇ ਨਾਲ ਅਸੀਂ ਕਰ ਸਕਦੇ ਹਾਂ ਟੂ ਇੰਪਰੂਵ ਪ੍ਰੋਡਕਸ਼ਨ ਪਲਾਨਿੰਗ ਐਂਡ ਇਨਕਰੀਜ਼ ਪ੍ਰੋਡਕਟਿਵਿਟੀ।
ਤਾਂ ਕੀ ਹੈਗਾ ਇਹਦੇ ਵਿੱਚ ਕਿ ਅਸੀਂ ਜਦੋਂ ਪ੍ਰੋਡਕਸ਼ਨ ਨੂੰ ਇੰਪਰੂਵ ਕਰਨਾ ਹੈਗਾ ਤਾਂ ਸਾਨੂੰ ਜਿਹੜੀ ਇਸ ਮਸ਼ੀਨ ਦੀ ਬਹੁਤ ਜ਼ਿਆਦਾ ਨੀਡ ਹੁੰਦੀ ਹੈ। ਇਸ ਲਈ ਸਾਨੂੰ ਜਿਹੜੀ ਹੈਗੀ ਆ ਅੱਜ ਕੱਲ੍ਹ ਇੰਡਸਟਰੀ ਦੇ ਵਿੱਚ ਜਿਹੜੀ ਲੋੜ ਹੈ ਇਸ ਮਸ਼ੀਨਾਂ ਦੀ ਹੈਗੀ ਹੈ, ਕਿਉਂਕਿ ਜਿਹੜੀ ਪ੍ਰੋਡਕਸ਼ਨ ਹੈ ਅਸੀਂ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਕਰ ਸਕਦੇ ਹਾਂ। ਟੂ ਸਰਵਾਈਵ ਤੇ ਇਨ ਗਲੋਬਲ ਮਾਰਕੀਟ CNC ਮਸ਼ੀਨ ਆਰ ਮਸਟ ਟੂ ਅਚੀਵ ਕਲੋਜ਼ ਟੋਲਰੈਂਸ, ਕਿਉਂਕਿ ਜਿਹੜੀ CNC ਮਸ਼ੀਨ ਹੈ ਇੱਕ ਵਾਰੀ ਸੈਟਿੰਗ ਹੋਣ ਤੋਂ ਬਾਅਦ ਟੂਲ ਵੇਰੀਅੰਸ ਜਿਹਦੀ ਬਹੁਤ ਜ਼ਿਆਦਾ ਘੱਟ ਹੁੰਦੀ ਹੈ, ਕਿਉਂਕਿ ਜਿਹੜੇ ਟੂਲਸ ਹੈਗੇ ਆ ਉਹ ਵੈਰੀ ਕੋਸਟਲੀ ਹੁੰਦੇ ਆ, ਜਲਦੀ ਜਿਹੜੇ ਹੈਗੇ ਆ ਉਹ ਕਿ ਆਪਾਂ ਕਹਿ ਸਕਦੇ ਹਾਂ ਕਿ ਘਸਦੇ ਨਹੀਂ ਹੈਗੇ ਜਲਦੀ, ਤਾਂ ਜਿਹੜੇ ਹੈਗੇ ਆ ਉਹਦੀ ਜਿਹੜੀ ਟੋਲਰੈਂਸ ਹੈ ਉਹ ਬਹੁਤ ਹੀ ਵਧੀਆ ਰਹਿੰਦੀ ਹੈ। ਜਿਸ ਟੋਲਰੈਂਸ ਤੁਸੀਂ ਕੰਮ ਕਰ ਰਹੇ ਹੋ ਕਿ ਅਗਰ ਅਸੀਂ ਗੱਲ ਕਰੀਏ ਜਦੋਂ ਅਸੀਂ ਪੀਸ ਨੂੰ ਵੈਰੀਫਾਈ ਕਰਦੇ ਹਾਂ ਕਿ ਸਾਡੀ ਜਿਹੜੀ ਪ੍ਰੋਡਕਸ਼ਨ ਵਿੱਚ ਜੋ ਪ੍ਰੋਡਕਸ਼ਨ ਚੱਲ ਰਹੀ ਹੁੰਦੀ ਹੈ ਕਿ ਅਸੀਂ ਜਿਹੜਾ ਸਾਈਜ਼ ਪ੍ਰੋਪਰ ਜੋ ਚੱਲ ਰਿਹਾ ਹੁੰਦਾ ਉਹ ਬਿਲਕੁਲ ਟੋਲਰੈਂਸ ਹੀ ਰਹਿੰਦਾ ਹੈ। 100 ਪੀਸ ਦੇ ਬਾਅਦ ਵੀ ਉਹ ਤਕਰੀਬਨ ਜਿਹੜਾ ਹੈਗਾ ਸਹੀ ਰਹਿੰਦਾ ਹੈ। ਤੇ ਨੈਕਸਟ ਆ ਜੀ ਸੀ ਐਪਲੀਕੇਸ਼ਨ ਆਫ CNC ਇਨ ਸਮ ਇੰਡਸਟਰੀਜ਼। ਤਾਂ ਇਹ ਕਿਹੜੀ ਇੰਡਸਟਰੀ ਦੇ ਵਿੱਚ ਜਿਹੜੀ ਹੈਗੀ ਵਰਤੀ ਜਾ ਰਹੀ ਹੈ? ਸਭ ਤੋਂ ਪਹਿਲਾਂ ਹੋ ਗਿਆ ਆਟੋਮੈਟਿਵ ਇੰਡਸਟਰੀ ਹੋ ਗਈ ਹੈ, ਐਰੋਸਪੇਸ ਇੰਡਸਟਰੀ ਵੀ ਹੈ, ਮਸ਼ੀਨਰੀ ਇੰਡਸਟਰੀ ਹੈ, ਇਲੈਕਟ੍ਰੀਕਲ ਇੰਡਸਟਰੀ ਹੈ ਔਰ ਇੰਸਟਰੂਮੈਂਟੇਸ਼ਨ ਇੰਡਸਟਰੀ ਹੈ। ਇਹ ਸਾਰੀਆਂ ਜਿਹੜੀਆਂ ਹੈਗੀਆਂ ਸੀ ਐਪਲੀਕੇਸ਼ਨ ਆਪਾਂ ਕਿਤੇ ਵੀ CNC ਮਸ਼ੀਨ ਨੂੰ ਵਰਤ ਰਹੇ ਹਾਂ। ਹੁਣ ਅਸੀਂ ਦੇਖਦੇ ਹਾਂ ਕਿ ਕਿਹੜੀ ਹੈਗੀ ਆ ਉਹ। ਸਭ ਤੋਂ ਪਹਿਲਾਂ ਆ ਰਹੀ ਹੈ ਮੈਟਲ ਕਟਿੰਗ। ਮੈਟਲ ਕਟਿੰਗ ਕੀ ਹੈ? ਨੈਕਸਟ ਜਿਹੜਾ ਹੈਗਾ ਮੈਟਲ ਕਟਿੰਗ ਹੈ ਕਿ ਆਪਾਂ ਆਮ ਜਿਹੜੀ ਆਪਾਂ ਵਰਕਸ਼ਾਪ ਦੇ ਵਿੱਚ ਕੰਮ ਕਰਦੇ ਹਾਂ ਉੱਥੇ ਸਾਨੂੰ ਇਹ ਦੇਖਣ ਨੂੰ ਮਿਲਦੀ ਹੈ ਮੈਟਲ ਕਟਿੰਗ ਦੇ ਵਿੱਚ, ਕਿ ਜਿਵੇਂ ਕਿ ਤੁਸੀਂ ਆਪਾਂ ਦੇਖਦੇ ਹਾਂ ਕਿ ਨਾਰਮਲ ਆਪਾਂ ਕੋਈ ਵੀ ਜੌਬ ਬਣਾਉਣੀ ਹੈ, ਜਿਵੇਂ ਤੁਹਾਨੂੰ ਸ਼ੋਅ ਹੋ ਰਹੀ ਹੈ ਜੌਬਾਂ ਅਸੀਂ ਇਸ ਮਸ਼ੀਨ ਦੇ ਨਾਲ ਬਿਲਕੁਲ ਈਜ਼ੀਲੀ ਬਣਾ ਸਕਦੇ ਹਾਂ। ਤੇ ਨੈਕਸਟ ਆ ਜਾਈਏ ਗੋਲਡ ਡਿਜ਼ਾਈਨ। ਹੁਣ ਆਪਾਂ ਦੇਖਦੇ ਹਾਂ ਕਿ ਅਜਿਹੇ ਡਿਜ਼ਾਈਨ ਆ ਗਏ ਆ ਕਿ ਹੱਥਾਂ ਨਾਲ ਬਣਾਉਣੇ ਥੋੜੇ ਮੁਸ਼ਕਿਲ ਹੋ ਗਏ ਆ, ਤਾਂ ਉਸ ਦੇ ਲਈ ਅਸੀਂ ਕੀ ਕਰਦੇ ਹਾਂ CNC ਮਸ਼ੀਨ ਦਾ ਵੀ ਪ੍ਰਯੋਗ ਕਰਦੇ ਹਾਂ। ਤਾਂ ਕੁਝ ਕਿਸੇ ਤਰ੍ਹਾਂ ਦਾ ਵੀ ਡਿਜ਼ਾਈਨ ਤੁਸੀਂ ਹੈਗਾ ਇਸ ਦੇ ਨਾਲ ਬਣਾ ਸਕਦੇ ਹਾਂ। ਇਹ ਤਾਂ ਇਸ ਇੰਡਸਟਰੀ ਵਿੱਚ ਵੀ ਦੇਖੋ ਸਾਨੂੰ ਲੋੜ ਪੈ ਗਈ ਹੈ ਕਿ ਸਾਨੂੰ ਅਲੱਗ-ਅਲੱਗ ਡਿਜ਼ਾਈਨ ਬਣਾਉਣ ਦੇ ਲਈ, ਡਿਫੀਕਲਟ ਜਿਹੜੇ ਹੈਗੇ ਆ ਡਿਜ਼ਾਈਨ ਬਣਾਉਣ ਦੇ ਲਈ ਸਾਨੂੰ ਇਸ ਮਸ਼ੀਨ ਦੀ ਲੋੜ ਪੈ ਰਹੀ ਹੈ, ਤਾਂ ਕਿ ਇਹ ਵੱਧ ਰਹੀ ਹੈ, ਤਾਂ ਸਾਨੂੰ ਇਸ ਬਾਰੇ ਨੌਲੇਜ ਹੋਣੀ ਜ਼ਰੂਰੀ ਹੈ। ਉਸ ਤੋਂ ਬਾਅਦ ਆ ਜਾਈਏ ਸਟੋਨ ਕਟਿੰਗ, ਯਾਨੀ ਕਿ ਜਦੋਂ ਅਸੀਂ ਪੱਥਰ ਨੂੰ ਵੀ ਦੇਖਿਆ, ਤੁਸੀਂ ਪੱਥਰਾਂ ਦੇ ਉੱਪਰ ਤੁਸੀਂ ਕਿਸੇ ਵੀ ਵੱਡੇ ਕਿਤੇ ਵੀ ਉਸ ਤੇ ਚਲੇ ਜਾਈਏ ਹਿਲ ਸਟੇਸ਼ਨ ਜਾਂ ਕਿਤੇ ਜੇ ਤੁਸੀਂ ਦੇਖੋਗੇ ਇਮਾਰਤਾਂ ਦੇ ਵਿੱਚ ਜਿਹੜੇ ਪੱਥਰ ਲੱਗੇ ਹੋਏ ਆ ਵੱਡੇ ਉਹਨਾਂ ਦੇ ਵਿੱਚ ਵੀ ਜਿਹੜੀ ਡਿਜ਼ਾਈਨਿੰਗ ਕੀਤੀ ਗਈ ਹੈ ਉਹ ਸਾਰੀ ਵੀ ਇਹਨਾਂ ਮਸ਼ੀਨਾਂ ਦੇ ਉੱਪਰ ਹੀ ਪੋਸੀਬਲ ਹੋ ਚੁੱਕੀ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਲੇਜ਼ਰ ਕਟਿੰਗ। ਹੁਣ ਲੇਜ਼ਰ ਕਟਿੰਗ ਕੀ ਹੈ ਕਿ ਆਮ ਇੰਡਸਟਰੀ ਵਿੱਚ ਦੇਖਦੇ ਹਾਂ ਆਪਾਂ ਬਹੁਤ ਵੱਡੀ ਸ਼ੀਟਸ ਆਉਂਦੀ ਹੈ, ਕਿਉਂਕਿ ਸ਼ੀਟਸ ਨੂੰ ਕੱਟਣਾ ਇੰਨਾ ਈਜ਼ੀ ਨਹੀਂ ਹੁੰਦਾ। ਪਹਿਲਾਂ ਕੀ ਹੁੰਦਾ ਸੀ ਵੈਲਡਿੰਗ ਦੇ ਨਾਲ ਕਟਿੰਗ ਕਰਦੇ ਸੀਗੇ, ਪਰ ਜਿਹੜੀ ਟੈਕਨੋਲੋਜੀ ਹੈਗੀ ਇਸ ਟੈਕਨੋਲੋਜੀ ਨਾਲ ਅਸੀਂ ਕੀ ਕੀਤਾ ਹੈਗਾ ਲੇਜ਼ਰ ਕਟਿੰਗ ਦੇ ਥਰੂ ਜਿਹੜੀ ਹੈਗੀ CNC ਬਣ ਚੁੱਕੀ ਹੈ। ਉਸ ਦੇ ਨਾਲ ਅਸੀਂ ਕੀ ਕਰ ਸਕਦੇ ਹਾਂ ਕਿਸੇ ਵੀ ਸ਼ੀਟ ਨੂੰ ਚਾਹੇ ਉਹ 10 mm 20 mm ਤੱਕ ਦੀ ਜਿਹੜੀ ਸ਼ੀਟ ਹੈ ਨੋਰਮਲ ਹੀ ਕਟਿੰਗ ਹੋ ਸਕਦੀ ਹੈ ਇਸ ਦੇ ਨਾਲ, ਬਿਲਕੁਲ ਪੋਸੀਬਲ ਹੈ। ਔਰ ਇਹ ਟਾਈਮ ਜਿਹੜਾ ਹੈਗਾ ਇੰਨਾ ਰਿਡਿਊਸ ਕਰਦੀ ਹੈ, ਇੰਨਾ ਘਟਾਉਂਦੀ ਹੈ ਕਿ ਸਾਨੂੰ ਹੈਰਾਨੀ ਹੁੰਦੀ ਕਿ ਅਸੀਂ ਇੱਕ ਸ਼ੀਟ ਨੂੰ 15 ਤੋਂ 20 ਮਿੰਟ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਡਿਜ਼ਾਈਨ ਜਿਹੜਾ ਹੈਗਾ ਤਿਆਰ ਕਰ ਸਕਦੇ ਹਾਂ, ਜੋ ਕਿ ਹੱਥਾਂ ਦੇ ਨਾਲ ਜਿਹੜਾ ਹੈਗਾ ਪੋਸੀਬਲ ਨਹੀਂ ਹੈ। ਉਸ ਤੋਂ ਬਾਅਦ ਆ ਜਾਈਏ ਵੁੱਡ ਕਟਿੰਗ ਦੇ ਵਿੱਚ। ਜਿਵੇਂ ਹੁਣ ਕਿ ਆਪਾਂ ਦੇਖਦੇ ਹਾਂ ਵੁੱਡ ਕਟਿੰਗ ਦੇ ਵਿੱਚ ਵੀ ਬਹੁਤ ਸਾਰੇ ਡਿਜ਼ਾਈਨ ਆ ਰਹੇ ਆ। ਅੱਜ ਕੱਲ੍ਹ ਡਿਜ਼ਾਈਨ ਹੱਥਾਂ ਨਾਲ ਬਣਾਉਣ ਲੱਗੇ ਆਪਾਂ ਨੂੰ ਮਹੀਨਾ ਨਿਕਲ ਜਾਂਦਾ ਹੈਗਾ। ਆਪਾਂ ਡਿਜ਼ਾਈਨ ਤਿਆਰ ਕਰਦੇ ਹਾਂ, ਆਮ ਕਿਸੇ ਕਾਰਪੈਂਟਰ ਤੋਂ ਆਪਾਂ ਤਿਆਰ ਕਰਾਉਂਦੇ ਹਾਂ, ਸਾਨੂੰ ਕਹਿ ਦਿੰਦੇ 1 ਮਹੀਨੇ ਦੇ ਲਈ ਜਿਹੜਾ ਹੈਗਾ ਸਾਨੂੰ ਸਮਾਂ ਮਿਲਦਾ। ਬਟ ਜਦੋਂ ਆਪਾਂ CNC ਦੇ ਪ੍ਰਯੋਗ ਕਰਦੇ ਹਾਂ ਉਸ ਵਿੱਚ ਉਹ ਜਿਹੜਾ ਟਾਈਮ ਹੈਗਾ ਉਹ ਘੰਟਿਆਂ ਦੇ ਵਿੱਚ ਰਹਿ ਜਾਂਦਾ ਹੈਗਾ। ਸਿਰਫ ਸੈਟਿੰਗ ਨੂੰ ਟਾਈਮ ਲੱਗਦਾ ਹੈ ਮਸ਼ੀਨ ਦੇ ਉੱਪਰ। ਉਸ ਤੋਂ ਬਾਅਦ ਇਹ ਮਸ਼ੀਨ ਦੇ ਨਾਲ ਤੁਸੀਂ ਭਾਵੇਂ ਇਸ ਤਰ੍ਹਾਂ ਦੇ ਹਜ਼ਾਰਾਂ ਪੀਸ ਡੇਲੀ ਲੈ ਸਕਦੇ ਹੋ ਇਸ ਮਸ਼ੀਨ ਦੇ ਨਾਲ। ਤਾਂ ਨੈਕਸਟ ਆ ਜਾਂਦਾ ਹੈ ਬੇਸਿਕ ਕੰਸੈਪਟ ਆਫ ਪਾਰਟ ਪ੍ਰੋਗਰਾਮਿੰਗ। ਬੇਸਿਕ ਕੰਸੈਪਟ ਕੀ ਹੈਗਾ? ਹੁਣ ਜਿਹੜਾ ਇਹ ਮਸ਼ੀਨ ਤੁਸੀਂ ਦੇਖ ਚੁੱਕੇ ਹੋ ਕਿ ਕਿਵੇਂ ਦੇ ਕੰਮ ਕਰਦੀ ਹੈ, ਇਹਦਾ ਕੰਸੈਪਟ ਕੀ ਹੈ? ਪਾਰਟ ਆਫ ਪ੍ਰੋਗਰਾਮਿੰਗ। ਪਾਰਟ ਪ੍ਰੋਗਰਾਮਿੰਗ ਕੰਟੇਨਸ ਜਿਓਮੈਟ੍ਰਿਕ ਡਾਟਾ। ਅਸੀਂ ਜਿਵੇਂ ਆਮ ਗੱਲ ਕਰਦੇ ਹਾਂ ਕਿ ਆਪਾਂ ਇੱਕ ਡਾਟਾ ਫੀਡ ਕਰ ਲੈਂਦੇ ਹਾਂ ਜਾਂ ਮੋਬਾਈਲ ਦੇ ਵਿੱਚ ਜਾਂ ਕਿਸੇ ਕੰਪਿਊਟਰ ਦੇ ਵਿੱਚ ਅਸੀਂ ਫੀਡ ਕਰਦੇ ਹਾਂ, ਇਸੇ ਤਰ੍ਹਾਂ ਇਸ ਨੂੰ ਕੀ ਕਰਦੇ ਹਾਂ ਆਪਾਂ ਡਾਟਾ ਜਿਹੜਾ ਹੈਗਾ ਆਪਾਂ ਬਣਾ ਲੈਂਦੇ ਹਾਂ, ਡਰਾਇੰਗ ਬਣਾ ਲੈਂਦੇ ਹਾਂ। ਪਹਿਲਾਂ ਡਰਾਇੰਗ ਦੇ ਅਕੋਰਡਿੰਗ ਅਸੀਂ ਲੈਂਥ ਮੇਜ਼ਰ ਕਰ ਲੈਂਦੇ ਹਾਂ ਕਿ ਸਾਨੂੰ ਇੰਨੀ ਲੰਬਾਈ ਚੌੜਾਈ ਚਾਹੀਦੀ ਹੈਗੀ, ਤਾਂ ਅਸੀਂ ਜਿਹੜਾ ਹੈਗਾ ਜਿਓਮੈਟ੍ਰਿਕ ਡਾਟਾ ਅਬਾਊਟ ਦਾ ਪਾਰਟ ਐਂਡ ਮੋਸ਼ਨ ਇਨਫੋਰਮੇਸ਼ਨ ਟੂ ਮੂਵ ਦਾ ਕਟਿੰਗ ਟੂਲ ਵਿਦ ਰਿਸਪੈਕਟ
ਟੂ ਦਾ ਵਰਕ ਪੀਸ। ਜਿਹੜਾ ਵਰਕ ਪੀਸ ਹੈਗਾ ਸਾਡਾ ਉਸ ਦੇ ਅਕੋਰਡਿੰਗ ਅਸੀਂ ਮੂਵਮੈਂਟ ਕਰ ਲੈਂਦੇ ਹਾਂ ਕਿ ਸਾਨੂੰ ਜਿਹੜੀ ਲੰਬਾਈ ਚੌੜਾਈ ਇਸ ਹਿਸਾਬ ਨਾਲ ਚਾਹੀਦੀ ਹੈਗੀ ਹੈ, ਤਾਂ ਜਿਹੜੀ ਸਾਡਾ ਜੋਮੈਟ੍ਰਿਕ ਡਾਟਾ ਹੈਗਾ ਉਸ ਪ੍ਰੋਗਰਾਮ ਕੰਪਿਊਟਰ ਦੇ ਵਿੱਚ ਐਡ ਕਰ ਲੈਂਦੇ ਹਾਂ। ਬੇਸਿਕਲੀ ਦਾ ਮਸ਼ੀਨ receives instruction as a sequence blocks, यानी कि कहने का भाव ये है कि भी ਜਿਹੜੀ ਮਸ਼ੀਨ ਹੈ ਉਹ ਕੀ ਕਰਦੀ ਸੀਕੁਐਂਸ ਦੇ ਵਿੱਚ ਚੱਲਦੀ ਹੈ ਕਿ ਜਦੋਂ ਜਦੋਂ ਤੁਸੀਂ ਉਸ ਨੂੰ ਕਮਾਂਡ ਦਿੰਦੇ ਜਾਓਗੇ, ਜਿਵੇਂ ਜਿਵੇਂ ਦੱਸਦੇ ਜਾਓਗੇ, ਉਹੀ ਡਾਟੇ ਦੇ ਅਕੋਰਡਿੰਗ ਉਹ ਜਿਹੜਾ ਹੈਗਾ ਕੰਮ ਕਰਨਾ ਸ਼ੁਰੂ ਕਰੇਗੀ। ਤਾਂ commands to set machines parameters speed and feed and other relevant information, ਜਿਵੇਂ ਕਿ ਅਸੀਂ ਗੱਲ ਕਰਦੇ ਹਾਂ ਹੁਣ ਲੇਥ ਮਸ਼ੀਨ ਦੇ ਉੱਪਰ ਅਸੀਂ ਕੰਮ ਕਰਦੇ ਹਾਂ ਤਾਂ ਉਸ ਨੂੰ ਕੀ ਕਰਦੇ ਹਾਂ ਅਸੀਂ ਕ੍ਰੋਸ ਸਲਾਈਡ ਦੇ ਨਾਲ ਜਾਂ ਆਪਾਂ ਅੱਗੇ ਪਿੱਛੇ ਕਰਦੇ ਹਾਂ, ਪਲੱਸ ਮਾਈਨਸ ਕਰਦੇ ਹਾਂ, ਠੀਕ ਹੈ। ਤਾਂ ਫੀਡ ਵੀ ਦੇਖਦੇ ਹਾਂ ਕਿ ਉਹਦੀ ਜਿਹੜੀ ਫੀਡ ਹੈ ਸਾਨੂੰ ਜਿਹੜੀ ਡੈਪਥ ਆਫ ਕਟਿੰਗ ਫੀਡ ਹੈ ਉਹ ਕਿੰਨੀ ਚਾਹੀਦੀ ਹੈ, ਔਰ ਸਪੀਡ ਕਿੰਨੀ ਚਾਹੀਦੀ ਹੈ, ਔਰ ਫੀਡ ਕਿੰਨੀ ਚਾਹੀਦੀ ਹੈ। ਸਪੀਡ ਮਤਲਬ ਕਿ ਜਿਹੜੇ ਆਰਪੀਐਮ ਹੈਗੇ ਆ ਉਸ ਰੋਟੇਸ਼ਨ ਦੇ ਕਿੰਨੇ ਚਾਹੀਦੇ ਹਨ, ਤੇ ਉਸ ਦੇ ਅਕੋਰਡਿੰਗ ਅਸੀਂ ਸੈੱਟ ਕਰ ਸਕਦੇ ਹਾਂ ਪ੍ਰੋਗਰਾਮ ਦੇ ਅਕੋਰਡਿੰਗ। ਤਾਂ ਇਹ ਬਲੌਕ ਇਜ਼ ਇਕੁਅਲੈਂਟ ਟੂ ਲਾਈਨ ਆਫ ਕੋਡ ਇਨ ਏ ਪਾਰਟ ਆਫ ਪ੍ਰੋਗਰਾਮ। ਹੁਣ ਜਿਹੜਾ ਤੁਹਾਨੂੰ ਦਿਖ ਰਿਹਾ ਸਕਰੀਨ ਦੇ ਉੱਪਰ ਇਹ ਕੀ ਹੈਗਾ, N135 ਜਿਹੜਾ ਲਿਖਿਆ ਹੋਇਆ ਹੈਗਾ, ਇਹ ਕੀ ਹੈਗਾ, N ਦੇ ਬਲੌਕ ਨੰਬਰ ਹੈ ਕਿ ਪਹਿਲਾਂ ਉਹ ਜਿਵੇਂ ਹੈਗਾ N01 ਤੋਂ ਸ਼ੁਰੂ ਹੁੰਦੇ ਆ, N00, N001, N02, N03 ਏਦਾਂ ਜਿਹੜੇ ਹੈਗੇ ਬਲੌਕ ਸ਼ੁਰੂ ਹੋਣਗੇ। ਫਿਰ ਜਿਹੜਾ G ਕੋਡ ਹੈ, G ਕੋਡ ਕੀ ਹੈਗਾ ਇਸਦਾ, ਉਹ ਕੀ ਕਰਦੀ ਦੱਸਦੀ ਹੈ ਮਸ਼ੀਨ ਨੂੰ ਕਿ ਤੁਸੀਂ ਕਿਸ ਡਾਇਰੈਕਸ਼ਨ ਦੇ ਵਿੱਚ ਜਿਹੜਾ ਹੈਗਾ ਹੁਣ ਜਾਣਾ ਹੈਗਾ। ਤੇ ਐਕਸ ਦੀ ਮੈਂ ਜਿਹੜੀ ਗੱਲ ਕਰ ਰਿਹਾ ਸੀ ਪਹਿਲਾਂ ਵੀ ਐਕਸ ਐਂਡ ਵਾਈ, ਇਹ ਜਿਹੜੀ ਗੱਲ ਹੋ ਰਹੀ ਹੈ ਹੁਣ ਲੇਸ ਮਸ਼ੀਨ ਦੇ ਉੱਪਰ ਹੀ ਹੋ ਰਹੀ ਹੈ, ਯਾਨੀ ਕਿ ਜਿਹੜੀ CNC ਲੇਸ ਦੇ ਉੱਪਰ ਕੀ ਹੈਗਾ ਉਹਦੀ ਡਾਇਰੈਕਸ਼ਨ ਹੈਗੀ ਹੈ ਕਿ 1.0, ਯਾਨੀ ਕਿ ਉਹ ਕੀ ਕਰ ਰਿਹਾ ਹੈਗਾ ਕਿ 1 mm 1 ਇੰਚ, ਅਗਰ ਤੁਹਾਡੀ mm ਚ ਹੈਗੀ ਜਾਂ ਇੰਚ ਦੇ ਵਿੱਚ ਹੈਗੀ ਸਪੈਸੀਫਿਕੇਸ਼ਨ ਤਾਂ ਉਹ ਉਸ ਦੇ ਅਕੋਰਡਿੰਗ ਹੀ ਮਸ਼ੀਨ ਦਾ ਜਿਹੜਾ ਡੈਪਥ ਆਫ ਕੱਟ ਹੈਗਾ ਉਸ ਨੂੰ ਦੇਵੇਗੀ। ਤਾਂ ਵਾਈ ਜਿਹੜਾ ਹੈਗਾ ਕੀ ਹੈਗਾ ਉਹਦਾ ਵਾਈ ਮੈਂ ਤੁਹਾਨੂੰ ਦੱਸ ਰਿਹਾ ਸੀ XYZ ਜਿਹੜੀ ਤਿੰਨਾਂ ਜਗ੍ਹਾ ਕਿੱਥੇ ਯੂਜ਼ ਕਰਦੇ ਹਾਂ ਆਪਾਂ, ਮਿਲਿੰਗ ਮਸ਼ੀਨ ਦੇ ਉੱਪਰ, ਕਿ ਜਿਹੜਾ ਦੂਸਰਾ ਹੈਗਾ X ਐਂਡ Z ਉਹ ਆਪਾਂ ਟਰਨਿੰਗ ਮਸ਼ੀਨ ਦੇ ਉੱਪਰ ਯੂਜ਼ ਕਰਦੇ ਹਾਂ। ਹੁਣ X ਜਿਹੜਾ ਹੈਗਾ ਟੂਲ ਜਿਹੜਾ ਹੈਗਾ ਸਾਡਾ ਜਸਦੇਵ ਸਰ ਤੁਹਾਡਾ ਮਾਈਕ ਮਿਊਟ ਹੋ ਗਿਆ, ਅਨਮਿਊਟ ਕਰੋ ਪਲੀਜ਼। ਜਸਦੇਵ ਸਰ ਮਾਈਕ ਅਨਮਿਊਟ ਕਰਿਓ ਪਲੀਜ਼। जसदेव सर अनम्यूट करो प्लीज, म्यूट हो गया। जी सर, जी सर। ਤੇ ਜਿਹੜਾ ਸਾਡਾ ਉਸ ਪ੍ਰੋਗਰਾਮ ਦੀ ਗੱਲ ਕਰ ਰਹੇ ਸਰ, ਨੈਕਸਟ ਦੀ ਕਰੋ ਸਰ, ਪ੍ਰੋਗਰਾਮਿੰਗ। ਪਾਰਟ ਪ੍ਰੋਗਰਾਮਿੰਗ group of operating machine program, कहना है group of command, group of लेता हैगा प्रोग्राम करते हैं। information टूल ਜਿਹੜਾ ਮੋਸ਼ਨ ਹੈਗਾ ਸਟੇਟਮੈਂਟ ਦਾ ਕੀ ਕਰਦਾ ਹੈਗਾ, ਟੂਲ ਨੂੰ ਜਿਹੜਾ ਹੈਗਾ ਕਾਲ ਕਰਦਾ ਹੈ, ਇਹ ਟੂਲ ਜਿਹੜਾ ਜਾਂਦਾ ਹੈਗਾ ਤੇ ਫੰਕਸ਼ਨ ਸੱਚ ਹੈ ਜਿਹੜਾ ਕੂਲਰ ਹੈ ਉਸ ਨੂੰ ਕਰਨਾ ਹੈਗਾ ਕਿ ਮਤਲਬ ਜੌਬ ਉਹਦੇ ਲਈ ਸਾਨੂੰ ਕੋਈ ਲੋੜ ਹੈਗੀ ਹੈ ਕਿਉਂਕਿ ਉਹ ਮਟੀਰੀਅਲ ਦੇ ਉੱਪਰ। ਤਾਂ ਉਸ ਤਰ੍ਹਾਂ ਹੀ ਅਸੀਂ ਸਾਰੀ ਜਿਹੜੀ ਹੈਗੀ ਇਨਫੋਰਮੇਸ਼ਨ ਉਸ ਪ੍ਰੋਗਰਾਮ ਦੇ ਵਿੱਚ ਪਾਣੀ ਹੈ। ਲਾਸਟ ਵੀ ਮੈਂ ਤੁਹਾਨੂੰ ਪ੍ਰੋਗਰਾਮ ਦਿਖਾਊਂਗਾ ਜਿਹੜਾ ਕਿ ਪ੍ਰੋਗਰਾਮ ਕਿਵੇਂ ਚੱਲਦਾ, ਕਿਵੇਂ ਆ ਪ੍ਰੋਗਰਾਮ ਨੂੰ। ਤਾਂ there are
4 basic terms of used in CNC program. सब तो पहले आंदा है character. Sir, next page please. There are 4 basic terms used in CNC. Character क्या करना? फिर आ गया of CNC program. ਜਿਹੜਾ ਸਾਡਾ ਕਰੈਕਟਰ ਹੈਗਾ ਉਹਦਾ CNC program ਦਾ, it can have digit, letter or symbol. ਉਹ ਤਿੰਨ ਚੀਜ਼ ਨਾਲ ਆਉਂਦਾ ਹੈਗਾ, digit, letter or symbol. Word a combination of alphanumerical characters. This is single instruction to the CNC machine. ਇਹ ਕਰਦਾ ਇੰਸਟਰਕਸ਼ਨ ਕਰਦਾ ਹੈਗਾ ਕਿ ਜਿਹੜਾ ਸਾਡਾ ਜਿਹੜਾ ਟੂਲ ਹੈਗਾ ਉਸਨੂੰ ਕਿਸ ਤਰ੍ਹਾਂ ਦੇ ਨਾਲ ਅਸੀਂ ਯੂਜ਼ ਕਰਨਾ ਹੈਗਾ। ਸਰ ਨੈਕਸਟ ਹੋਵੇ ਸਰ ਪਲੀਜ਼। ਸਰ ਇਸ ਤੋਂ ਨੈਕਸਟ ਕਾਮਨਲੀ ਯੂਜ਼ਡ ਵਰਡ ਐਡਰੈਸ। ਹਾਂਜੀ, ਇਸ ਦੇ ਵਿੱਚ ਕੀ ਹੁੰਦਾ ਹੈਗਾ ਕਿ ਐਨ ਕੋਡ ਹੈ ਜਿਹੜਾ ਸਾਡਾ, ਤੁਹਾਨੂੰ ਦੱਸਿਆ ਸੀ ਐਨ ਕੋਡ, ਜੀ ਕੋਡ, ਇਸ ਦੇ ਅਕੋਰਡਿੰਗ ਜਿਹੜਾ ਸਾਡਾ ਹੈਗਾ ਜਿਹੜੀ ਕਮਾਂਡਸ ਲੈਂਦਾ ਹੈਗਾ ਮਸ਼ੀਨ ਜਿਹੜੀ ਕੰਪਿਊਟਰ ਪ੍ਰੋਗਰਾਮ ਦੇ ਵਿੱਚ। ਤਾਂ ਸੀਕੁਐਂਸ ਨੰਬਰ used to identify each block within NC program and provide to mean which NC commands may be rapidly located. ਜਿੱਥੇ ਅਸੀਂ ਜਾਣਾ ਹੈਗਾ ਉਸ ਲੋਕੇਸ਼ਨ ਦੇ ਉੱਪਰ ਜਾਣਾ ਹੈਗਾ, ਉਸ ਲੋਕੇਸ਼ਨ ਦੇ ਉੱਪਰ ਜਿਹੜਾ ਸਾਡਾ NC ਪ੍ਰੋਗਰਾਮ ਹੈਗਾ, ਨੂਮੈਰੀਕਲ ਕੰਟਰੋਲ ਹੈਗਾ ਜਿਹੜਾ ਸਾਡਾ ਉਸਨੂੰ ਬਲੌਕ ਦੇ ਉੱਪਰ ਲੈ ਜਾਂਦਾ ਹੈਗਾ, ਕਮਾਂਡ ਦਿੰਦਾ ਹੈਗਾ। ਇਟ ਇਜ਼ ਦਾ ਪ੍ਰੋਗਰਾਮ ਲਾਈਨ ਨੰਬਰ ਮਤਲਬ ਕਿ ਜਿਹੜੇ ਮੈਂ ਤੁਹਾਨੂੰ ਦੱਸਿਆ ਸੀਗਾ N ਜਿਹੜੇ ਕੋਡ ਹੈ N00, N01, N02, N03 ਇਸ ਤਰ੍ਹਾਂ ਸ਼ੁਰੂ ਹੁੰਦੇ ਹਨ। ਤਾਂ ਜਿਸ ਲਾਈਨ ਤੇ ਤੁਸੀਂ ਲੈ ਕੇ ਜਾਓਗੇ N ਸੀਰੀਅਸ ਜੇ ਸ਼ੁਰੂ ਹੋਊਗੀ ਤਾਂ ਉਸੇ ਬਲੌਕ ਤੇ ਲੈ ਕੇ ਉਸ ਨੂੰ ਚਾਹੇਗਾ। ਤਾਂ ਬਲੌਕ ਨੰਬਰ ਬਾਏ 5 to 10 ਐਂਡ ਅਲਾਓ ਐਡੀਸ਼ਨਲ ਬਲੌਕ। ਯਾਨੀ ਕਿ ਅਸੀਂ ਕੀ ਕਰਦੇ ਹਾਂ, ਜਿਹੜਾ ਪ੍ਰੋਗਰਾਮ ਹੈ ਸਾਡਾ ਉਹ N ਦੇ ਜਿੰਨੇ ਵੀ N ਦੀ ਸੀਰੀਜ਼ ਹੋਊਗੀ ਉਸ N ਦੀ ਸੀਰੀਜ਼ ਦੇ ਉੱਪਰ ਹੀ ਕਮਾਂਡਡ ਕਰੂਗਾ। ਉਸ ਤੋਂ ਬਾਅਦ ਆਉਂਦਾ ਜੀ ਕੋਡ। ਤਾਂ ਜੀ ਕੋਡ ਕੀ ਕਰਦਾ ਹੈਗਾ, ਉਹ ਕੀ ਕਰਦਾ, ਉਹ ਇੱਕ ਵਰਡ ਹੈਗਾ ਕਿ ਜੀ ਕੋਡ ਕੀ ਹੈਗਾ, ਕਮਾਂਡ ਦੇ ਰਿਹਾ ਹੈਗਾ ਕਿ MCU ਨੂੰ ਜਿਹੜੇ ਸਾਡਾ ਕੰਪਿਊਟਰ ਹੈਗਾ ਕਿ ਜਿਹੜਾ ਮੰਨ ਲਓ G01 ਹੈਗਾ, ਉਹ ਜਿਹੜਾ ਤੁਸੀਂ ਦੇਖੋਗੇ ਇਸ ਵਿੱਚ ਲਿਖਿਆ ਹੈ G01 ਹੈਗਾ ਲਾਈਨ ਇੰਸਪੈਕਸ਼ਨ ਹੁੰਦਾ ਹੈ ਕਿ ਅਸੀਂ ਜਿਹੜਾ ਤੁਹਾਡਾ ਟੂਲ ਹੈ, ਜੋ ਟੂਲ ਨੇ ਆਉਣਾ ਹੈਗਾ ਉਹ ਤੁਹਾਡੇ ਨੇ ਉਹ ਕਰਨਾ ਹੈਗਾ ਇੱਕ ਲਾਈਨ ਦੇ ਵਿੱਚ ਆ ਕੇ ਤੁਹਾਡੀ ਜਿੱਥੇ ਤੁਸੀਂ ਡਾਇਮੈਂਸ਼ਨ ਹੋਊਗੀ ਜਗ੍ਹਾ ਕੇ ਉਹ ਜਾਏਗਾ। ਉਸ ਦਾ ਕੀ ਹੈ XYZ। ਜਿਹੜੇ XYZ ਕੀ ਹੁੰਦਾ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ, ਕੋਆਰਡੀਨੇਟ ਹੈਗੇ ਆ। ਆਪਾਂ ਜੌਬ ਦੇ ਜਦੋਂ ਵੀ ਕਰਦੇ ਹਾਂ ਦੀ ਗੇਟ ਦਾ ਕੋਆਰਡੀਨੇਟ ਪੋਜੀਸ਼ਨ ਆਫ ਦਾ ਟੂਲ, ਜਿਹੜਾ ਟੂਲ ਹੈ ਉਹ ਪੋਜੀਸ਼ਨ ਤੇ ਜਿਸ ਤੇ ਆਉਣਾ ਹੈਗਾ XYZ ਦੇ ਉੱਪਰ ਜਦੋਂ ਵੀ ਤੁਸੀਂ ਇਹਨੂੰ ਦਓਗੇ ਤਾਂ ਉਹ ਆਪਣੀ ਜਗ੍ਹਾ ਤੇ ਆ ਕੇ ਜਿਹੜਾ ਹੈਗਾ ਉਹ ਸਟੈਂਡ ਕਰੇਗਾ। ਤਾਂ F ਕੋਡ, ਹੁਣ ਇਹਦੇ ਵਿੱਚ ਹੀ ਪ੍ਰੋਗਰਾਮ ਦੇ ਵਿੱਚ ਹੀ ਹੋਰ ਆਉਂਦਾ ਹੈਗਾ ਇੱਕ F ਕੋਡ। ਨੈਕਸਟ ਪੀਪੀਟੀ ਦੇ ਵਿੱਚ ਹੈਗਾ F ਕੋਡ। F ਮਤਲਬ ਹੁੰਦਾ ਹੈ ਫੀਡ ਰੇਟ। ਦਾ F ਕੋਡ specify ਦਾ ਫੀਡ ਇਨ ਦਾ ਮਸ਼ੀਨਿੰਗ ਆਪਰੇਸ਼ਨ। ਯਾਨੀ ਕਿ ਜਿਹੜਾ F ਜਿਹੜਾ ਸਪੈਸੀਫਾਈ ਕਰਦਾ ਹੈਗਾ ਉਹ ਫੀਡ ਨੂੰ ਕਰਦਾ ਹੈਗਾ ਕਿ ਜਿਹੜੀ ਫੀਡ ਹੈ, ਕਟਿੰਗ ਫੀਡ ਹੈ ਜਿਹੜੀ ਟੂਲ ਦੀ, ਉਹ ਕਿੰਨੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਆ ਜਾਂਦਾ S ਕੋਡ। S ਫੋਰ ਸਪਿੰਡਲ ਦੀ ਸਪੀਡ। ਜਿਹੜੀ ਸਾਡੀ ਸਪਿੰਡਲ ਹੈ, ਜੌਬ ਰੋਟੇਟ ਕਰ ਰਿਹਾ ਹੈ ਜਾਂ ਟੂਲ ਰੋਟੇਟ ਕਰ ਰਿਹਾ ਹੈ, ਉਸ ਨੂੰ ਜਿਹੜਾ ਹੈਗਾ ਸਪੈਸੀਫਾਈ ਕਰਦਾ ਹੈਗਾ। ਉਸ ਤੋਂ ਬਾਅਦ ਆਉਂਦਾ T ਕੋਡ। T ਫੋਰ ਜਿਹੜਾ ਹੁੰਦਾ ਟੂਲ, ਜਿਹੜਾ ਸਾਡਾ ਟੂਲ ਵਰਤਣਾ ਹੈਗਾ। ਅਗਰ ਮੰਨ ਲਓ 10 ਟੂਲ ਚੱਲ ਰਹੇ ਆ, 10 ਵਿੱਚੋਂ ਸਾਨੂੰ ਕਿਸ ਟੂਲ ਦੀ ਲੋੜ ਹੈ, ਸਾਨੂੰ ਟਰਨਿੰਗ ਕਰਨੀ ਹੈ, ਫੇਸਿੰਗ ਕਰਨੀ ਹੈ, ਗਰੂਵਿੰਗ ਕਰਨੀ ਹੈ, ਡਰਿਲਿੰਗ ਕਰਨੀ ਹੈ, ਜਿਹੜਾ ਵੀ ਟੂਲ ਅਸੀਂ ਇਸ ਨੂੰ ਕਮਾਂਡ ਦੇਵਾਂਗੇ ਉਹੀ ਟੂਲ ਜਿਹੜਾ ਹੈਗਾ ਵਰਕ ਆ ਕੇ ਕਰੇਗਾ ਜੌਬ ਤੇ। ਐਮ ਕੋਡ ਫॉर ਜਿਹੜੇ ਐਮ ਕੋਡ ਹੁੰਦੇ ਹਨ, ਐਮ ਕੋਡ ਕਿਸ ਵਾਸਤੇ ਵਰਤੇ ਜਾਂਦੇ ਹਨ, ਉਹ NC ਮਸ਼ੀਨ ਟੂਲ ਤੇ ਹੈ। ਜਿਹੜੇ ਐਮ ਕੋਡ ਹੈਗੇ ਆ ਉਹ ਸਾਰੇ ਕੀ ਕਰਦੇ ਆ NC ਮਸ਼ੀਨ ਟੂਲ ਦੇ ਲਈ ਵਰਤਦੇ ਹਨ। ਤਾਂ ਬਾਕੀ ਹੋਰ ਵੀ ਇਸ ਦੇ ਵਿੱਚ ਕੋਡ ਲਗਾ ਸਕਦੇ ਹਾਂ ਅਸੀਂ। IJK ਕੋਡਸ ਦੇ ਸਪੈਸੀਫਿਕ ਸੈਂਟਰ ਆਫ ਆਰਕ ਕੋਆਰਡੀਨੇਟ ਫਰੋਮ ਸਟਾਰਟਿੰਗ। ਇਹ ਸਟਾਰਟਿੰਗ ਦੇ ਵਿੱਚ ਅਸੀਂ ਵਰਤ ਸਕਦੇ ਹਾਂ, ਵੈਸੇ ਤਾਂ ਆਪਾਂ ਨਹੀਂ ਵਰਤਦੇ ਇਹਨਾਂ ਨੂੰ, ਪਰ ਕਿਸੇ ਜੌਬ ਤੇ ਆਪਾਂ ਵਰਤਦੇ ਹਾਂ ਅਸੀਂ। ਤਾਂ ਹੁਣ ਅੱਗੇ ਜਾਂਦਾ ਵਾਈ ਯੂਜ਼ CNC ਮਸ਼ੀਨ। ਇਹ ਅਸੀਂ ਪਹਿਲਾਂ ਹੀ ਵੈਸੇ ਕਰ ਚੁੱਕੇ ਹਾਂ ਕਿ ਕੀ ਹੈਗਾ ਇਹਦੇ ਵਿੱਚ, ਕੀ ਹੈਗਾ ਕਿ ਇਨਕਰੀਜ਼ ਪ੍ਰੋਡਕਸ਼ਨ ਥਰੂਪੁੱਟ। ਜਿਹੜੀ ਸਾਡੀ ਪ੍ਰੋਡਕਸ਼ਨ ਹੈਗੀ ਆਪਾਂ ਇਸ ਲਈ ਵਰਤਦੇ ਹਾਂ ਕਿਉਂਕਿ ਜਿਹੜੀ ਪ੍ਰੋਡਕਸ਼ਨ ਆ ਸਾਡੀ ਬਹੁਤ ਵਧੀਆ ਹੋ ਸਕੇ। ਕੁਆਲਿਟੀ ਐਂਡ ਐਕੂਰੇਸੀ ਆਫ ਮੈਨੂਫੈਕਚਰ ਪਾਰਟ। ਜਿਹੜਾ ਪਾਰਟ ਹੈਗਾ ਸਾਡਾ ਉਸਦੀ ਜਿਹੜੀ ਕੁਆਲਿਟੀ ਬੈਟਰ ਹੋਵੇ ਔਰ ਐਕੂਰੇਸੀ ਦੇ ਵਿੱਚ ਹੋਵੇ।
ਬਹੁਤ ਵਧੀਆ ਜਿਹੜੀ ਐਕੂਰੇਸੀ ਇਸ ਮਸ਼ੀਨ ਦੇ ਨਾਲ ਅਸੀਂ ਲੈ ਸਕਦੇ ਹਾਂ। ਤਾਂ ਉਸ ਤੋਂ ਬਾਅਦ ਇਹ ਸਟੈਪਲਾਈਜ਼ ਮੈਨੂਫੈਕਚਰ ਕਾਸਟ, ਠੀਕ ਹੈ, ਮੈਨੂਫੈਕਚਰ ਕੰਪਲੈਕਸ ਔਰ ਅਦਰਵਾਈਜ਼ ਇੰਪੋਸੀਬਲ ਜੌਬ, ਯਾਨੀ ਕਿ ਜਿਹੜੀ ਜੌਬਸ ਹੈ, ਅਜਿਹੀਆਂ ਜੌਬਸ ਆ ਸਾਡੀ ਜਿਹੜੀ 2D 3D ਦੇ ਉਸ 'ਤੇ ਬਣਦੀਆਂ ਹਨ, ਉਹ ਅਸੀਂ ਮਸ਼ੀਨ ਦੇ ਨਾਲ ਜਿਹੜੀ ਈਜ਼ੀਲੀ ਬਣਾ ਸਕਦੇ ਹਾਂ। ਅੱਗੇ ਯੂਜ਼ ਆਫ ਦਾ ਟਿਪੀਕਲ CNC ਮਸ਼ੀਨ, ਦਾ ਡਿਜ਼ਾਈਨ ਇਜ਼ ਲੋਡਡ। ਇੱਕ ਅਜਿਹੀ ਮਸ਼ੀਨ ਹੈ, ਹੁਣ ਇੱਕ ਤਾਂ ਜਿਹੜੀ ਸਾਡੀ ਨਾਰਮਲ ਮਸ਼ੀਨ ਦੇ ਉੱਪਰ ਆਪਾਂ ਦੇਖਦੇ ਹਾਂ ਕਿ ਜਿਹੜਾ ਕੰਪਿਊਟਰ ਜਿਹੜਾ ਹੈਗਾ ਫਿੱਟ ਕੀਤਾ ਜਾਂਦਾ ਹੈ, ਤਾਂ ਕੁਝ ਅਜਿਹੀਆਂ ਜੌਬਸ ਹੁੰਦੀਆਂ ਜਿਹਦੇ ਲਈ ਅਸੀਂ ਕੀ ਕਰਦੇ ਹਾਂ, ਅਲੱਗ ਤੋਂ ਸਾਨੂੰ ਕੰਪਿਊਟਰ ਜਿਹੜਾ ਅਟੈਚ ਕਰਨਾ ਪੈਂਦਾ ਹੈ। ਉਸ ਲਈ ਉਹ ਇਸ ਲਈ ਹੁੰਦਾ ਹੈ ਕਿ ਸਾਨੂੰ ਕੈਡ ਕੈਮ ਦਾ ਨਾਮ ਤੁਸੀਂ ਸੁਣਿਆ ਹੋਊਗਾ, ਕੈਡ ਕੈਮ ਦੇ ਲਈ ਅਸੀਂ ਵਰਤਣਾ ਹੋਵੇ ਤਾਂ ਅਸੀਂ ਅਲੱਗ ਤੋਂ ਕੰਪਿਊਟਰ ਦੇ ਨਾਲ ਅਟੈਚ ਕਰ ਦਿੰਦੇ ਹਾਂ, ਤਾਂ ਕਿ ਜਿਹੜੀ ਤੁਹਾਡੀ ਜੌਬ ਹੈ, ਜਿਹੜੀ ਤੁਹਾਡੀ ਜੌਬ ਦੀ ਅਸੀਂ ਡਰਾਇੰਗ ਉਹਦੇ ਵਿੱਚ ਪਾਵਾਂਗੇ ਤਾਂ ਉਹ ਸੇਮ ਐਜ਼ ਡਰਾਇੰਗ ਦੇ ਅਕੋਰਡਿੰਗ ਜਿਹੜੀ ਜੌਬ ਨੂੰ ਬਣਾ ਕੇ ਸ਼ੇਪ ਦੇ ਵਿੱਚ ਤਿਆਰ ਕਰ ਦੇਗਾ। ਇਹ ਮਸ਼ੀਨ ਟੂਲਸ CNC ਕੰਟਰੋਲਸ ਆਰ ਯੂਜ਼ਡ ਟੂ ਕੰਟਰੋਲ ਵੇਰੀਅਸ ਟਾਈਪ ਆਫ ਮਸ਼ੀਨ ਟੂਲਸ। ਇਹਦੇ ਵਿੱਚ ਅਸੀਂ ਬਹੁਤ ਸਾਰੇ ਜਿਹੜੇ ਟੂਲਸ ਹੈਗੇ ਆ ਅਸੀਂ ਵਰਤ ਸਕਦੇ ਹਾਂ। ਤਾਂ ਉਸ ਤੋਂ ਬਾਅਦ ਆ ਜਾਈਏ ਵਿਚ ਟਾਈਪ ਆਫ ਮਸ਼ੀਨ ਟੂਲਸ ਇਜ਼ ਕੰਟਰੋਲਡ, ਕਿਉਂਕਿ ਜਿਹੜੇ ਰਿਗਾਰਡਲੈਸ ਕੀ ਹੁੰਦਾ ਹੈ ਕਿ ਜਿਹੜੇ ਟੂਲਸ ਹੈਗੇ ਆ ਇਹ ਬਹੁਤ ਸਾਰੇ ਜਿਹੜੇ ਹੈਗੇ ਆ ਵਰਤ ਸਕਦੇ, ਕੰਟਰੋਲ ਕਰ ਸਕਦਾ ਹੈ। ਇਟ ਇਜ਼ ਆਲਵੇਜ਼ ਹੈਜ਼ ਏ ਸਾਈਡ ਏਬਲ ਐਂਡ ਸਪਿੰਡਲ ਟੂ ਕੰਟਰੋਲ ਪੋਜੀਸ਼ਨ ਐਂਡ ਸਪੀਡ, ਕਿਉਂਕਿ ਜਿਹੜਾ ਇਹ ਮਸ਼ੀਨ ਹੈਗੀ ਹੈ ਇਹ ਕੀ ਕਰਦੀ ਹੈ, ਕਾਫੀ ਸਾਰੇ ਟੂਲਾਂ ਨੂੰ ਕੰਟਰੋਲ ਕਰ ਲੈਂਦੀ ਹੈ ਔਰ ਟੇਬਲ ਨੂੰ ਔਰ ਸਪਿੰਡਲ ਨੂੰ ਕੰਟਰੋਲ ਪੋਜੀਸ਼ਨ ਦੇ ਉੱਪਰ ਅਲੱਗ-ਅਲੱਗ ਸਪੀਡ ਦੇ ਉੱਪਰ ਜਿਹੜੀ ਹੈਗੀ ਕੰਟਰੋਲ ਕਰ ਲੈਂਦੀ ਹੈ। ਕਿਉਂਕਿ ਨਾਰਮਲ ਮਸ਼ੀਨ ਜਿਹੜੀ ਹੈਗੀ ਹੈ, ਮੈਨੂਅਲ ਮਸ਼ੀਨ ਦੇ ਆਪਾਂ ਕੰਮ ਕਰਦੇ ਹਾਂ, ਉਸ ਲਈ ਸਾਨੂੰ ਜਿਹੜੀ ਸਪੀਡ ਦੇ ਵਿੱਚ ਬਹੁਤ ਜ਼ਿਆਦਾ ਪੈਂਦਾ, ਕਿਉਂਕਿ ਜਿਹੜੀ ਸਪੀਡ ਫੀਡ ਹੈ ਅਗਰ ਅਸੀਂ ਆਟੋਮੈਟਿਕ ਵੀ ਕਰਦੇ ਹਾਂ ਤਾਂ ਉਸਨੂੰ ਅਸੀਂ ਕੀ ਕਰਦੇ ਹਾਂ, ਸਾਨੂੰ ਬਾਰ-ਬਾਰ ਜਿਹੜੀ ਹੈਗੀ ਸੈਟਿੰਗ ਚੇਂਜ ਕਰਨੀ ਪੈਂਦੀ। ਇਹਦੇ ਲਈ ਸਾਨੂੰ ਕੋਈ ਸੈਟਿੰਗ ਚੇਂਜ ਕਰਨੀ ਨਹੀਂ ਲੋੜ ਨਹੀਂ ਪੈਂਦੀ, ਕਿਉਂਕਿ ਇਹ ਈਜ਼ੀਲੀ ਜੋ ਤੁਸੀਂ ਪ੍ਰੋਗਰਾਮ ਬਣਾਓਗੇ ਉਸ ਪ੍ਰੋਗਰਾਮ ਦੇ ਅਕੋਰਡਿੰਗ ਜਿਹੜੀ ਹੈਗੀ ਹੈ ਫੀਡ ਸਪੀਡ ਇਸ ਨਾਲ ਰਿਜ਼ਰਵ ਕਰ ਲੈਂਦੀ ਹੈ। ਉਸ ਤੋਂ ਬਾਅਦ ਆ ਜੀ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਸਰ ਨੈਕਸਟ PPT ਖੋਲੇ ਸਰ, ਜਿਹਦੇ ਵਿੱਚ ਟੂਲਸ ਦਿਖ ਰਹੇ ਹੈ। ਹੁਣ ਇਹ ਟੂਲਸ ਹੈ ਜਿਹਦੇ ਵਿੱਚ ਅਸੀਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ 10-12 ਜਿਹੜੇ ਟੂਲ ਹੈ ਇੱਕੋ ਵਾਰ ਜਿਹੜੇ ਟੂਲ ਹੈ ਉਹ ਇਕੱਠੇ ਹੀ ਕੀਤੇ ਹੁੰਦੇ ਹਨ। ਅਸੀਂ ਕਿਸੇ ਵੀ ਟੂਲ ਨੂੰ ਕਮਾਂਡ ਦੇਵਾਂਗੇ, ਹੁਣ ਜਿਵੇਂ ਸਾਨੂੰ ਇਸ ਪਿਕਚਰ ਦੇ ਵਿੱਚ ਦਿਖ ਰਿਹਾ ਹੈ, ਟੂਲ ਨੰਬਰ 1 ਜਿਹੜਾ ਹੈਗਾ ਟੂਲ ਸਟੇਸ਼ਨ 1, ਟੂਲ ਸਟੇਸ਼ਨ ਬਲੌਕ ਨੰਬਰ 2, ਨੰਬਰ 3, ਫੇਸ ਟਰਨ, ਜਿੰਨੇ ਵੀ ਟੂਲਸ ਹੈ ਇਹ ਸਾਰਿਆਂ ਦੇ ਸਾਨੂੰ ਅਲੱਗ-ਅਲੱਗ ਦੇਖ ਕੇ ਨੰਬਰ ਲੱਗੇ ਹੋਏ ਹੈ। ਇਸੇ ਤਰ੍ਹਾਂ ਰੋਟੇਟ ਦੇ ਵਿੱਚ ਦਿਖਾਇਆ ਗਿਆ ਹੈਗਾ, ਜਿਹੜਾ ਕਿ ਰੋਟੇਸ਼ਨ ਅਗਰ ਕਰਦੇ ਆ ਉਸ ਟੂਲਾਂ ਦੀ ਕਮਾਂਡ ਦਿੱਤੀ ਗਈ ਹੈ। ਅਸੀਂ ਕਿਸੇ ਵੀ ਉਸ ਨੂੰ ਕਰਦੇ ਹਾਂ, ਸਪੋਜ਼ ਕਰਦੇ ਹਾਂ ਕਿ ਅਸੀਂ ਟੂਲ ਨੰਬਰ 6 ਨੂੰ ਕਮਾਂਡ ਦੇਣੀ ਹੈ, ਤਾਂ ਜਦੋਂ ਵੀ ਅਸੀਂ ਟੂਲ T06 ਲਿਖਾਂਗੇ ਉਹ ਜਿਹੜਾ ਟੂਲ ਹੈ ਆਟੋਮੈਟਿਕਲੀ ਜਿਹੜਾ ਹੈਗਾ ਆਪਣਾ ਵਰਕ ਕਰਨਾ ਸ਼ੁਰੂ ਕਰ ਦੇਗਾ। ਇਹ ਮੈਂ ਤੁਹਾਨੂੰ ਤਾਂ ਦਿਖਾ ਰਿਹਾ ਕਿਉਂਕਿ 3 ਤਰ੍ਹਾਂ ਦੀ ਜਿਹੜੀ ਹੈ ਟੂਲ ਪੈਕਟ ਬਣਾਈ ਹੋਈ ਹੈ, ਉਹਦੇ ਵਿੱਚ ਅਲੱਗ-ਅਲੱਗ ਟੂਲ ਲੱਗੇ ਹੋਏ, ਡਰਿਲ ਵੀ ਲੱਗੇ ਹੋਏ, ਰਿਮਰ ਵੀ ਲੱਗਿਆ ਹੋਇਆ, ਠੀਕ ਹੈ, ਤੇ ਸਾਰੇ ਜਿਹੜੇ ਟੂਲ ਹੈ ਉਹ ਡਿਫਰੈਂਟ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈਗਾ ਆਪਰੇਸ਼ਨ ਕਰ ਸਕਦਾ ਹੈ। ਉਸ ਤੋਂ ਬਾਅਦ ਇਹ CNC ਕਟਿੰਗ ਟੂਲਸ ਕਿਸ ਤਰ੍ਹਾਂ ਦੇ ਹੁੰਦੇ ਆ ਦੇਖਣ ਨੂੰ। CNC ਕਟਿੰਗ ਟੂਲਸ ਹੈ ਜਿਹੜੇ ਉਹ ਤੁਹਾਨੂੰ ਆਪਾਂ ਨਾਰਮਲੀ ਤਰ੍ਹਾਂ ਵਰਤਦੇ ਹਾਂ, ਬਟ ਜਿਹੜੇ ਇਹਦੇ ਸਪੈਸੀਫਾਈ ਜਿਹੜੇ ਕਾਰਬਾਈਡ ਦੇ ਟੂਲ ਬਣੇ ਹੁੰਦੇ ਆ, ਕੋਸਟਲੀ ਹੁੰਦੇ ਆ ਟੂਲ, ਤਾਂ ਆਪਾਂ ਇਹਦੇ ਵਿੱਚ ਅਸੀਂ ਵਰਤਦੇ ਹਾਂ। ਤੇ ਵਰਕ ਹੋਲਡਿੰਗ ਡਿਵਾਈਸ ਸੇਮ ਹੁੰਦਾ ਇਹਦੇ ਵਿੱਚ, ਜਿਵੇਂ ਆਪਾਂ ਲੇਥ ਮਸ਼ੀਨ ਦੇ ਵਿੱਚ ਕੀ ਕਰਦੇ ਹਾਂ ਸਰ, ਅਗਲੀ ਨੈਕਸਟ PPT ਵਰਕ ਹੋਲਡਿੰਗ ਡਿਵਾਈਸ ਦੇ ਵਿੱਚ ਕੀ ਕਰਦੇ ਹਾਂ, ਅਸੀਂ ਚੱਕ ਯੂਜ਼ ਕਰਦੇ ਹਾਂ, ਠੀਕ ਹੈ, ਚੱਕ ਦੇ ਨਾਲ ਆਪਾਂ ਜੌਬ ਨੂੰ ਜਿਹੜਾ ਹੋਲਡ ਕਰਦੇ ਹਾਂ। ਪਰ ਇਹਦੇ ਵਿੱਚ ਕੀ ਹੁੰਦਾ, ਇਹ ਜਿਹੜਾ ਹਾਈਡ੍ਰੋਲਿਕ ਚੱਕ ਹੁੰਦਾ ਸਾਰਾ, ਇਹਦੇ ਵਿੱਚ ਅਸੀਂ ਨਾਰਮਲ ਚੱਕ ਨਹੀਂ ਵਰਤੇ, ਜਿਹਦੇ ਨਾਲ ਅਸੀਂ ਕੀ ਕਰਦੇ ਹਾਂ ਕਿ ਹਾਈਡ੍ਰੋਲਿਕ ਚੱਕ ਵਰਤਦੇ ਹਾਂ। ਤਾਂ ਜਿਹੜੀ ਤੁਹਾਨੂੰ ਤਸਵੀਰ ਦਿਖ ਰਹੀ ਹੈ, ਜਿੰਨੇ ਵੀ ਤਰ੍ਹਾਂ ਦੇ ਇਹ ਕਲੈਂਪਿੰਗ ਜਿਹੜੇ ਹੈਗੇ ਕਰਨ ਲਈ ਜੌਬ ਨੂੰ ਅਸੀਂ ਇਹ ਸਾਰੇ ਇਸ ਦੇ ਵਿੱਚ ਵਰਤਦੇ ਹਾਂ। ਪਾਰਟਸ ਆਫ CNC ਮਸ਼ੀਨ, ਨੈਕਸਟ ਸਰ ਪਾਰਟਸ ਆਫ CNC ਮਸ਼ੀਨ। ਹੁਣ ਇਹਦੇ ਵਿੱਚ ਕੀ ਹੈਗੇ ਆ, ਉਹੀ ਚੱਕਸ ਹੈਗਾ, ਲਾਈਟਸ, ਪਲਾਸਟਿਕ ਗਾਰਡ, ਠੀਕ ਹੈ, ਕਟਿੰਗ ਜਿਹੜੇ ਹੈਗੇ ਆ ਸਾਰੇ ਇਹਦੇ ਜਿਹੜੇ ਹੈਗੇ ਤੁਹਾਨੂੰ ਸ਼ੋਅ ਹੋ ਰਹੇ ਹਨ। ਇਹ ਸਾਰੇ ਦੇ ਪਾਰਟਸ ਐਂਡ ਮੋਟਰ ਕਿੱਥੇ ਲੱਗੀ ਹੁੰਦੀ ਹੈ, ਠੀਕ ਹੈ, ਕਟਰ ਜਿਹੜਾ ਹੈਗਾ ਉਹ ਕਿੱਥੇ ਯੂਜ਼ ਕਰਦੇ ਹਾਂ ਆਪਾਂ,
ਵਾਈਸ ਹੋਲਡ ਐਂਡ ਦਾ ਮਟੀਰੀਅਲਸ, ਠੀਕ ਹੈ। ਜਿਹੜੀ ਸਾਡੀ ਵਾਈਸ ਹੈਗੀ ਆ ਉਹ ਕਿਸ ਤਰ੍ਹਾਂ ਲੱਗੀ ਹੋਈ ਆ, ਲੇਸ ਬੈੱਡ ਹੈਗਾ ਜਿਹੜਾ, ਜਿਹੜੇ ਪਾਰਟਸ ਤੁਹਾਨੂੰ ਇਹਦੇ ਸਾਹਮਣੇ ਸ਼ੋ ਹੋ ਰਹੇ ਹਨ। ਸਭ ਥੋੜਾ ਅੱਗੇ ਚੱਲਦੇ ਹਾਂ ਨੈਕਸਟ ਉਸ ਤੇ 31 CNC ਕੰਪਿਊਟਰ ਮੈਡੀਕਲ ਕੰਟਰੋਲ। ਹੁਣ ਜਿਹੜਾ ਤੁਹਾਨੂੰ ਐਕਸਿਸ ਦੀ ਗੱਲ ਕਰ ਰਹੇ ਸੀਗੇ, ਉਹ ਮੈਂ ਡਾਇਰੈਕਸ਼ਨ ਦਿਖ ਰਹੀ ਹੈ, ਫਿੰਗਰ ਦਿਖਾਈ ਹੋਈ ਹੈ XYZ, ਯਾਨੀ ਕਿ 3 ਐਕਸਿਸ ਦੇ ਉੱਪਰ ਜਿਹੜੀ ਹੈਗੀ ਹੈ ਕਮਾਂਡਸ ਲੈਂਦੀ ਹੈ ਜੌਬ। ਜਿਹੜੀ ਸਾਡੀ ਮਸ਼ੀਨ ਹੈ XYZ, ਹੌਰੀਜੈਂਟਲੀ, ਵਰਟੀਕਲ ਐਂਡ ਡੈਪਥ। ਕਿੰਨੇ ਤਰੀਕੇ ਹੁੰਦੇ ਆ, ਕਿਉਂਕਿ ਹੌਰੀਜੈਂਟਲੀ ਕਿੰਨਾ ਜਾਣਾ ਹੈਗਾ, ਵਰਟੀਕਲ ਕਿੰਨਾ ਜਾਣਾ ਹੈਗਾ, ਔਰ ਡੈਪਥ। ਯਾਨੀ ਕਿ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ X ਜਿਹੜਾ ਕੰਮ ਕਰਦਾ ਹੈਗਾ ਉਹ ਹੌਰੀਜੈਂਟਲੀ ਕੰਮ ਕਰਦਾ ਹੈ, ਠੀਕ ਹੈ, ਤੇ ਉਸ ਤੋਂ Y ਜਿਹੜਾ ਹੈਗਾ ਵਰਟੀਕਲੀ ਦੇ ਉੱਪਰ ਕੰਮ ਕਰਦਾ, ਔਰ ਡੈਪਥ ਜਿਹੜਾ ਕੱਟ ਕਰਨਾ ਹੈਗਾ ਉਹ Z ਦੇ ਉੱਪਰ ਕੰਮ ਕਰਦਾ। ਕੰਟਰੋਲ ਪੈਨਲ ਆਫ CNC, ਜਿਹੜਾ ਕੰਟਰੋਲ ਪੈਨਲ ਆਫ CNC ਹੈ ਉਹ ਕੀ ਹੁੰਦਾ ਹੈਗਾ, CNC ਮਸ਼ੀਨ ਇਜ਼ ਨਾਰਮਲੀ ਕੰਟਰੋਲ ਬਾਏ ਦਾ ਕੰਪਿਊਟਰ ਐਂਡ ਸੌਫਟਵੇਅਰ। ਤਾਂ ਜਿਸ ਤਰ੍ਹਾਂ ਤੁਹਾਨੂੰ ਦਿਖ ਰਿਹਾ ਹੈਗਾ, ਇਦਾਂ ਦੀ ਇੱਕ ਸਕਰੀਨ ਲੱਗੀ ਹੁੰਦੀ ਹੈ ਜਿਸ ਦੇ ਉੱਪਰ, ਜਿਹੜੀ ਸਕਰੀਨ ਦੇ ਅਕੋਰਡਿੰਗ ਜਿਹੜਾ ਹੈਗਾ ਸੀ, ਜਿਸ ਤੁਸੀਂ ਦੇਖ ਰਹੇ ਹੋ, ਅਸੀਂ ਪ੍ਰੋਗਰਾਮ ਨੂੰ ਇਨਪੁਟ ਕਰਨਾ ਹੁੰਦਾ ਹੈਗਾ। ਜਿਵੇਂ ਕਿ ਤੁਹਾਨੂੰ ਡਾਇਰੈਕਸ਼ਨ ਦੇ ਰਿਹਾ ਹੈਗਾ 94, ਠੀਕ ਹੈ, ਇਹ ਲਿਖਿਆ XZ ABC। ਇਹ ਕੀ ਹੈਗੀ, ਵਰਕ ਕਰ ਰਹੀ ਹੈ ਮਸ਼ੀਨ ਨੂੰ, ਕਿ ਜਦੋਂ ਇਹ ਚੱਲਦੀ ਹੁੰਦੀ ਹੈ ਤਾਂ ਇਸ ਤਰ੍ਹਾਂ ਦੇ ਉੱਪਰ ਸਕਰੀਨ ਦੇ ਉੱਪਰ ਜਿਹੜਾ ਹੈਗਾ ਦਿਖਣਾ ਸ਼ੁਰੂ ਹੁੰਦਾ ਹੈ। ਨਾਰਮਲ ਇੰਡੀਆ ਦੇ ਵਿੱਚ ਜਿਹੜੀ ਨਾਰਮਲ ਜਿਹੜੇ ਪੈਨਲ ਵਰਤੇ ਜਾ ਰਹੇ ਆ, ਸਭ ਤੋਂ ਪਹਿਲਾਂ ਜ਼ਿਆਦਾਤਰ ਵਰਤਿਆ ਜਾਂਦਾ ਫਾਨੁਕ, ਔਰ ਸੈਕਿੰਡ ਹੁੰਦਾ ਸਿਮਨਸ। ਇਹ 2 ਕੰਪਨੀਆਂ ਹੈਗੀਆਂ ਜਿਹੜੀਆਂ ਨਾਰਮਲ ਆਪਣੇ ਇੰਡੀਆ ਦੇ ਵਿੱਚ ਕੰਮ ਕਰ ਰਹੀਆਂ। ਹੁਣ ਤਾਂ ਬਹੁਤ ਹੋਰ ਵੀ ਐਡਵਾਂਸ ਆ ਗਈਆਂ ਹਨ, ਪਰ ਜਿਹੜੀਆਂ ਨਾਰਮਲ ਹੈਗੀਆਂ ਇਹ 2 ਹੀ ਫਾਨੁਕ ਕੰਟਰੋਲ ਜਿਹੜੇ ਹੈਗੇ ਆ ਕੰਮ ਕਰਦੇ ਆ। ਉਸ ਵਾਰ ਗੱਲ ਕਰ ਰਹੀ ਹੈ CNC ਆਫ ਰੋਟਰ। ਹਾਂਜੀ ਸਰ, ਨੈਕਸਟ ਕਰੋ ਜੀ, CNC ਮਸ਼ੀਨ ਐਂਡ ਸੇਫਟੀ। ਨੈਕਸਟ ਸਰ, CNC ਦੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਦੋਂ ਆਪਾਂ ਮਸ਼ੀਨ ਨੂੰ ਚਲਾਉਣਾ ਹੈਗਾ ਸਾਨੂੰ ਸੇਫਟੀ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਹੁੰਦਾ ਹੈ, ਕਿਉਂਕਿ ਇਹ ਕਾਸਟਲੀ ਮਸ਼ੀਨਸ ਹੈ। ਵੀ CNC ਮਸ਼ੀਨ ਆਰ ਏ ਵੈਰੀ ਸੇਫ ਟੂ ਯੂਜ਼। ਵੈਸੇ ਤਾਂ ਇਹ ਆਪਣੇ ਆਪ 'ਚ ਬਹੁਤ ਜ਼ਿਆਦਾ ਸੇਫ ਹੈ, ਪਰ ਦੇ ਆਰ ਡਿਜ਼ਾਈਨ ਟੂ ਬੀ ਸੇਫ ਐਂਡ ਐਜ਼ ਏ ਪੋਸੀਬਲ। ਬਟ ਫਿਰ ਵੀ ਕੀ ਹੁੰਦਾ ਹੈਗਾ, ਜਦੋਂ ਆਪਾਂ ਨੂੰ ਕਿਸੇ ਵੀ ਚੀਜ਼ ਦੀ ਨੌਲੇਜ ਨਹੀਂ ਹੁੰਦੀ ਤਾਂ ਅਸੀਂ ਕਿਸੇ ਤਰ੍ਹਾਂ ਦੀ ਵੀ ਮਸ਼ੀਨ ਨੂੰ ਵਿਨਾਊਟ ਇਨਫੋਰਮੇਸ਼ਨ ਅਸੀਂ ਨਹੀਂ ਵਰਤਣਾ, ਕਿਉਂਕਿ ਜਦੋਂ ਸਾਨੂੰ ਇਸ ਚੀਜ਼ ਦੀ ਪ੍ਰੋਪਰਲੀ ਨੌਲੇਜ ਹੋ ਜਾਊਗੀ, ਉਸ ਤੋਂ ਪਹਿਲਾਂ ਅਸੀਂ ਕਦੇ ਵੀ ਇਸ ਨੂੰ ਚਲਾਉਣਾ ਨਹੀਂ ਹੈ। ਜਦੋਂ ਸਾਨੂੰ ਨੌਲੇਜ ਹੋ ਜਾਊਗੀ ਅਸੀਂ ਫਿਰ ਹੀ ਇਸ ਮਸ਼ੀਨ ਨੂੰ ਆਪਰੇਟ ਕਰ ਸਕਦੇ ਹਾਂ। ਤੇ ਸੈਟਿੰਗ ਅਪ ਦਾ ਕਟਿੰਗ ਟੂਲ ਦਾ ਕਰੈਕਟ ਲੈਂਥ, ਜਿਹੜੀ ਕਿ ਸਾਡੀ ਸੈਟਿੰਗ ਹੈ। ਜਦੋਂ ਅਸੀਂ ਕੋਈ ਵੀ ਟੂਲ ਵਰਤਦੇ ਹਾਂ, ਜਿਵੇਂ ਮੰਨ ਲਓ ਆਪਾਂ ਲੇਸ ਮਸ਼ੀਨ ਦੇ ਉੱਪਰ ਟੂਲ ਵਰਤਦੇ ਹਾਂ, ਕਿਉਂਕਿ ਜਿਹੜੀ ਸਾਡੀ ਜੌਬ ਦੀ ਸੈਟਿੰਗ ਕੀਤੀ ਹੁੰਦੀ ਹੈ, ਜਦੋਂ ਅਸੀਂ ਕੀ ਕਰਦੇ ਹਾਂ, ਉਸਨੂੰ ਆਟੋ ਫੀਡ ਤੇ ਕਰ ਦਿੰਦੇ ਹਾਂ। ਜਿਹੜੇ ਸਾਡੀ ਟੂਲ ਦੀ ਲੰਬਾਈ ਚੜਾਈ ਹੈ, ਉਚਾਈ ਹੈ, ਉਸਨੂੰ ਆਪਾਂ ਕਰੈਕਟ ਰੱਖਦੇ ਹਾਂ। ਇਸੇ ਤਰ੍ਹਾਂ ਜਿਹੜੀ ਆਮ ਮਸ਼ੀਨ ਔਰ CNC ਮਸ਼ੀਨ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ, ਕਿਉਂਕਿ ਜੋ ਸਾਡਾ ਪ੍ਰੋਗਰਾਮ ਦੇ ਵਿੱਚ ਫੀਡ ਕੀਤਾ ਹੋਇਆ, ਸਾਨੂੰ ਜਿਹੜੀ ਹੈਗੀ ਲੈਂਥ ਉਸ ਦੇ ਅਕੋਰਡਿੰਗ ਹੀ ਰੱਖਣੀ ਹੁੰਦੀ ਹੈ। ਅਗਰ ਅਸੀਂ ਲੰਬਾਈ ਚੜਾਈ ਦੀ ਟੂਲ ਦੇ ਵਿੱਚ ਅਸੀਂ ਸੈਟਿੰਗ ਦੇ ਵਿੱਚ ਗਲਤ ਕਰ ਦਿੱਤਾ ਹੈ ਤਾਂ ਜਿਹੜੀ ਹੈਗੀ ਮਸ਼ੀਨ ਐਕਸੀਡੈਂਟ ਕਰੂਗੀ। ਐਕਸੀਡੈਂਟ ਕਰਨ ਦੇ ਨਾਲ ਕੀ ਹੈ, ਤੁਹਾਨੂੰ ਪਤਾ ਹੈ ਮਸ਼ੀਨ ਦੇ ਸਾਰੇ ਟੂਲ ਪੋਸਟ ਵਗੈਰਾ ਟੁੱਟ ਸਕਦਾ। ਇਸ ਲਈ ਜਦੋਂ ਵੀ ਅਸੀਂ ਇਸ ਨੂੰ ਵਰਤਣਾ ਹੈ ਤਾਂ ਜਿਹੜੀ ਸਾਡੀ ਲੈਂਥ ਹੈਗੀ ਹੈ, ਲੰਬਾਈ ਟੂਲ ਦੀ ਹੈਗੀ ਹੈ, ਉਸ ਨੂੰ ਪ੍ਰੋਪਰਲੀ ਧਿਆਨ 'ਚ ਰੱਖਣਾ ਹੈ। ਕਿਉਂਕਿ ਜਿਹੜੇ ਸਾਡੇ ਮੰਨ ਲਓ ਹੁਣ ਵੀ ਗਰੂਵ ਜਾਂ ਰੇਡੀਅਸ ਕਟਰ ਜਾਂ ਵਗੈਰਾ ਵੱਡੇ ਕਟਰ ਚੱਲਦੇ ਆ ਇਸ ਮਸ਼ੀਨ ਦੇ ਵਿੱਚ, ਤਾਂ ਐਕਸੀਡੈਂਟ ਹੋਣ ਦਾ ਜ਼ਿਆਦਾ ਖਤਰਾ ਹੁੰਦਾ ਹੈ ਇਸ 'ਚ। ਸਰ ਨੈਕਸਟ ਚੱਲਦੇ ਹਾਂ ਐਡਵਾਂਟੇਜ ਦੇ ਵਿੱਚ, ਕਿ ਹੁਣ ਇਹਦੇ ਐਡਵਾਂਟੇਜ ਕੀ ਹੈ। CNC ਮਸ਼ੀਨ ਕੈਨ ਬੀ ਯੂਜ਼ ਕੰਟੀਨਿਊਸਲੀ 20 hours a day। ਉਹ ਕਹਿੰਦੇ ਕਿ ਜਿਹੜੀ ਮਸ਼ੀਨ ਹੈ ਇਹ ਅਸੀਂ 24 ਘੰਟੇ ਚਲਾ ਸਕਦੇ ਹਾਂ, 24 ਘੰਟੇ ਇਸ ਨੂੰ ਵਰਤ ਸਕਦੇ ਹਾਂ, ਕਿਉਂਕਿ 365 ਈਅਰ ਮਤਲਬ ਕਿ 365 ਦਿਨ ਜਿਹੜੇ ਹੈ ਇਹ ਆਪਾਂ ਇਸ ਨੂੰ ਚਲਾ ਸਕਦੇ ਹਾਂ। ਕਿਉਂਕਿ ਜਦੋਂ ਆਪਾਂ ਆਮ ਮਸ਼ੀਨ ਦੇ ਉੱਪਰ ਗੱਲ ਕਰਦੇ ਹਾਂ, ਸ਼ਿਫਟ ਚੇਂਜ ਹੁੰਦੀ ਹੈ ਤਾਂ ਸਾਨੂੰ ਬਹੁਤ ਜ਼ਿਆਦਾ ਕੀ ਹੁੰਦਾ ਹੈਗਾ, ਟਾਈਮ ਦਾ ਲੋਸ ਹੁੰਦਾ ਹੈਗਾ, ਕਿਉਂਕਿ ਸਾਡੇ ਕੋਲ ਜਿਹੜਾ ਟਾਈਮ ਦੀ ਸ਼ਾਰਟੇਜ ਹੁੰਦੀ ਹੈ। ਪਰ ਜਿਹੜੀ ਇਹ ਮਸ਼ੀਨ ਹੈ, ਅਗਰ ਤੁਸੀਂ ਇੱਕ ਵਰਕਰ 8 ਘੰਟੇ ਦੀ ਸ਼ਿਫਟ ਜਿਹੜੀ ਖਤਮ ਹੋਈ ਹੈ ਤਾਂ ਨੈਕਸਟ ਜਿਹੜੇ ਸ਼ਿਫਟ ਨੇ ਆਉਣਾ ਹੈਗਾ, ਅਗਰ ਤੁਸੀਂ ਉਸ ਦੇ ਉੱਪਰ ਆਪਣਾ ਵਰਕ ਪੀਸ ਲਗਾ ਕੇ ਜਾਓਗੇ ਉਹ ਚੱਲਦਾ ਰਹੂਗਾ, ਤਾਂ ਜਿਹੜਾ ਨੈਕਸਟ ਜਿਹੜਾ ਆਪਰੇਟਰ ਆਊਗਾ ਉਹ ਉਸ ਦੇ ਉੱਪਰ ਕੰਮ ਕਰਦਾ ਰਹੇਗਾ। ਤਾਂ CNC ਮਸ਼ੀਨ ਆਰ ਏ programmed with the design can then be manufactured 100 and over and even 1000 of times। ਇਹ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ, ਜਿਹੜੀ ਮਸ਼ੀਨ ਹੈ ਆਪਾਂ ਕੀ ਕਰ ਸਕਦੇ 100 ਦੀ ਬਜਾਏ 1000 ਤੱਕ ਜਿਹੜਾ ਹੈਗਾ ਈਚ ਡੇ ਦੇ ਵਿੱਚ ਅਸੀਂ ਕੰਮ ਕਰ ਸਕਦੇ ਹਾਂ। ਤਾਂ ਲੈਸ ਸਕਿਲਸ
ਟ੍ਰੇਨਡ ਪੀਪਲ ਵੀ ਕੈਨ ਵੀ, ਇਸ ਦੇ ਵਿੱਚ ਕੀ ਹੁੰਦਾ ਹੈਗਾ ਕਿ ਜਿਹੜੇ ਲੈਸ ਸਕਿਲਡ ਹੈ ਅਸੀਂ ਉਸ ਨੂੰ ਨਹੀਂ ਵਰਤ ਸਕਦੇ, ਜਿਹੜੇ ਲੈਸ ਸਕਿਲਡ ਹੈ ਉਹ ਟ੍ਰੇਨ ਜਿਹੜੇ ਹੈਗੇ ਨਹੀਂ ਵਰਤ ਸਕਦੇ, ਇਸ ਲਈ ਸਾਨੂੰ ਟ੍ਰੇਨਿੰਗ ਪ੍ਰੋਪਰ ਹੋਣਾ ਜ਼ਰੂਰੀ ਚਾਹੀਦੀ ਹੈ। ਤੇ ਸਰ ਡਿਸਐਡਵਾਂਟੇਜ ਦੀ ਗੱਲ ਕਰਦੇ ਹਾਂ। ਡਿਸਐਡਵਾਂਟੇਜ ਕੀ ਹੈ? ਕੈਨ ਸੀਐਨਸੀ ਆਰ ਮੋਰ ਐਕਸਪੈਂਸਿਵ ਦੈਨ ਮੈਨੂਅਲੀ ਆਪਰੇਟਡ। ਜਿਵੇਂ ਆਪਾਂ ਪਹਿਲਾਂ ਵੀ ਦੱਸਦੇ ਸਾਨੂੰ ਕਿ ਜਿਹੜੀ ਮਸ਼ੀਨ ਹੈ ਇਹ ਬਹੁਤ ਜ਼ਿਆਦਾ ਕੋਸਟਲੀ ਮਸ਼ੀਨਾਂ ਹੈਗੀਆਂ ਕਿ ਹਰ ਇੱਕ ਜਿਹੜਾ ਇੰਡਸਟਰੀਅਲ ਹੈਗਾ ਇਸ ਨੂੰ ਕੋਸਟ ਵੀ ਨਹੀਂ ਕਰ ਸਕਦਾ, ਬਟ ਅੱਜ ਕੱਲ੍ਹ ਦੀ ਨੀਡ ਦੇ ਅਕੋਰਡਿੰਗ ਦੇਖਦੇ ਹੋਏ ਇਹ ਮਸ਼ੀਨਾਂ ਨੂੰ ਵੀ ਰੱਖਣਾ ਜ਼ਰੂਰੀ ਹੈ। The CNC machine operator only need basic training and skills enough the supervise several machines। ਦਾ ਜਿਹੜੀ ਮਸ਼ੀਨ ਹੈਗੀ ਆ ਆਪਰੇਟਰ ਜਿਹੜਾ ਚਾਹੀਦਾ ਹੈਗਾ ਸਾਨੂੰ ਜਿਹੜਾ ਹੈਗਾ ਕੋਸਟਲੀ ਮਿਲੂਗਾ, ਕਿਉਂਕਿ ਜਿਹੜੀ ਡਿਸਐਡਵਾਂਟੇਜ ਇਹੀ ਹੈ ਕਿ ਜਿਹੜਾ ਆਪਰੇਟਰ ਵੀ ਹੋਊਗਾ In year gone by, need years of training to operate center lathe, milling machines and other manually operated machines. This means many of the old skill are being lost। यानी कहने का भाव यह है कि ਜਿਹੜੀ ਸਾਡੀ ਹਰੇਕ ਸਾਲ ਜਿਹੜਾ ਹੈਗਾ ਇੰਜੀਨੀਅਰ ਜਿਹੜਾ ਹੈਗਾ ਟ੍ਰੇਨਿੰਗ ਦੇ ਲਈ ਜਿਹੜਾ ਹੈਗਾ ਆਪਰੇਟਰ ਸਾਨੂੰ ਅਲੱਗ-ਅਲੱਗ ਤੋਂ ਚਾਹੀਦਾ ਹੀ ਚਾਹੀਦਾ ਹੈ। ਤਾਂ ਅੱਗੇ ਮੈਂ ਤੁਹਾਨੂੰ ਇੱਕ ਲਾਸਟ ਦਿਖਾਉਣਾ ਚਾਹੁੰਦਾ ਕਿ ਇੱਕ ਸਾਡਾ ਪ੍ਰੋਗਰਾਮ ਹੈਗਾ ਸਰ 39 ਪੇਜ ਨੰਬਰ ਤੇ ਇੱਕ ਪ੍ਰੋਗਰਾਮ ਦਿਖਾਇਆ ਗਿਆ ਹੈਗਾ ਕਿ ਇੱਕ ਜੌਬ ਹੈ ਸਾਡੀ, ਕਿ ਜਿਹੜੀ ਜੌਬ ਹੈ ਇਸ ਜੌਬ ਦਾ ਮੈਂ ਪ੍ਰੋਗਰਾਮ ਬਣਾ ਕੇ ਦਿਖਾ ਰਿਹਾ ਤੁਹਾਨੂੰ ਕਿ ਕਿਵੇਂ ਬਣਦਾ ਹੈਗਾ। ਸਿੰਪਲ ਜੀ ਕੋਡ ਦੇ ਨਾਲ ਹੀ ਬਣਾਇਆ ਗਿਆ, ਇਹਦੇ ਵਿੱਚ ਐਕਸ਼ਨ ਕੋਈ ਨਹੀਂ ਹੈਗਾ, ਸਿੰਪਲ ਜੀ ਕੋਡ ਦੇ ਨਾਲ ਹੀ ਪ੍ਰੋਗਰਾਮ ਬਣਾਇਆ ਗਿਆ। ਇਹ ਪਾਰਟ ਪ੍ਰੋਗਰਾਮ ਹੈਗਾ ਕਿ ਇਹਦੇ ਵਿੱਚ ਕੀ ਕੀਤਾ ਹੈਗਾ, ਸਿੰਪਲ ਟਰਨਿੰਗ ਕੀਤੀ ਗਈ ਹੈਗੀ ਹੈ। ਜੇ ਆਪਾਂ ਗੱਲ ਕਰੀਏ ਕਿ ਐਨ ਦੀ, ਮੈਂ ਤੁਹਾਨੂੰ ਦੱਸ ਰਿਹਾ ਸੀਗਾ ਐਨ ਕੀ ਹੈਗਾ, ਇਹਦੇ ਵਿੱਚ ਜਿਹੜਾ ਸਾਡਾ ਹੈਗਾ ਉਹ ਲਾਈਨ ਵਾਈਜ਼ ਚੱਲਦਾ ਹੈਗਾ, ਮਤਲਬ ਕਿ N 5 10 15 20 ਇਹ ਜਿਹੜਾ ਹੈਗਾ ਇਸ ਪੈਰਾਮੀਟਰ ਦੇ ਅਕੋਰਡਿੰਗ ਜਿਹੜੀ ਸਾਡੀ ਜਿਹੜੀ ਹੈ ਜੌਬ ਜਿਹੜੀ ਹੈਗੀ ਬਣਨੀ ਸ਼ੁਰੂ ਹੋਊਗੀ। ਠੀਕ ਹੈ, ਹੁਣ N 10 ਤੋਂ ਬਾਅਦ ਦੇਖੋ T0101 ਇਹ ਕੀ ਹੈਗਾ, ਟੂਲ ਦਾ ਨੰਬਰ ਹੈ ਕਿ ਸਾਨੂੰ ਜਿਹੜਾ ਪਹਿਲਾਂ ਕਿਹੜਾ ਟੂਲ ਚਾਹੀਦਾ ਹੈਗਾ, ਟੂਲ ਨੰਬਰ 1। ਤੇ N 15 ਦੇ ਬਾਅਦ GO, ਯਾਨੀ ਕਿ G ਜਿਹੜਾ GO ਲਿਖਿਆ ਆ ਰਿਹਾ, G0 ਲਿਖਿਆ ਆ ਰਿਹਾ, ਇਹ ਕੀ ਹੈਗਾ GO, ਮਤਲਬ ਕਿ ਗੋ ਜਿਹੜਾ ਹੈਗਾ ਇੱਕਦਮ ਮਸ਼ੀਨ ਦਾ ਜਿਹੜਾ ਟੂਲ ਹੈ ਉਹ ਆਪਣੇ ਆਪ ਜਿਹੜਾ ਹੈਗਾ ਅੱਗੇ ਜਾਏਗਾ। ਕਿੰਨਾ ਜਾਏਗਾ? X100 ਮਤਲਬ ਕਿ ਜਿਹੜਾ ਟੂਲ ਹੈਗਾ ਉਹ ਜੌਬ ਦੇ X100 ਤੋਂ ਪਿੱਛੇ ਹਟ ਕੇ ਫਾਸਟ ਜਾਏਗਾ। ਉਸ ਤੋਂ ਬਾਅਦ Z50 ਮਤਲਬ ਕੀ ਹੈਗੀ, ਡੈਪਥ ਆਫ ਕੱਟ ਜਿਹੜਾ ਹੈਗਾ ਜੌਬ ਦੇ ਬਿਲਕੁਲ ਨਜ਼ਦੀਕ ਜਾਏਗਾ ਤੇ ਉਸ ਜਾ ਕੇ ਖੜੇਗਾ। ਫਿਰ ਉਸ ਤੋਂ ਬਾਅਦ N20 M3 ਦਾ ਮਤਲਬ ਹੁੰਦਾ ਹੈ ਕਿ ਜਿਹੜਾ ਸਪਿੰਡਲ ਔਨ, ਉਸ ਪਹਿਲਾਂ ਸਪਿੰਡਲ ਔਨ ਨਹੀਂ ਹੁੰਦਾ, ਜਦੋਂ ਤੁਹਾਡਾ ਟੂਲ ਨੇੜੇ ਆ ਜਾਏਗਾ ਤਾਂ ਆਪਣੇ ਆਪ ਜਿਹੜਾ ਹੈਗਾ ਸਪਿੰਡਲ ਔਨ ਹੋ ਜਾਊਗਾ। ਸਪਿੰਡਲ ਔਨ ਦੇ ਨਾਲ ਸਪੀਡ ਹੈ, ਜਿਹੜੀ ਉਹਦੀ ਸਪੀਡ ਹੈ ਉਹ ਕਿੰਨੀ ਹੋਣੀ ਚਾਹੀਦੀ ਹੈ, S600 ਯਾਨੀ ਕਿ 600 ਦੀ ਜਿਹੜੀ ਸਪੀਡ ਹੈ ਉਹ ਆਪਣੇ ਆਪ ਸ਼ੁਰੂ ਹੋ ਜਾਊਗੀ। ਉਸ ਤੋਂ N25 M8 ਦਾ ਮਤਲਬ ਇਹ ਹੈ ਕਿ ਹੁਣ ਜਦੋਂ ਅਸੀਂ ਕੂਲੈਂਟ ਔਨ ਕਰਨਾ ਹੈਗਾ ਜਾਂ ਆਪਣੀ ਮਸ਼ੀਨ ਨੂੰ ਔਨ ਕਰਨਾ ਹੈਗਾ, ਠੀਕ ਹੈ, ਡੈਪਥ ਆਫ ਕੱਟ ਸ਼ੁਰੂ ਕਰ ਦੂਗੀ। ਤਾਂ N30 G1 ਦਾ ਮਤਲਬ ਹੈਗਾ ਕਿ ਜਿਹੜੀ ਹੁਣ ਰੈਪਿਡ G1 ਲਾਈਨਰ ਲਈ ਕਟਿੰਗ ਕਰਨਾ ਸ਼ੁਰੂ ਕਰੂਗੀ, ਕਿਉਂਕਿ ਪਹਿਲਾਂ ਜਿਹੜਾ ਆਇਆ ਸੀਗਾ X100 ਆਇਆ ਸੀਗਾ ਟੂਲ, ਹੁਣ ਕੀ ਕੀਤਾ X50 ਆਇਆ। ਤੇ Z0 ਜਿਹੜੀ ਹੈਗੀ ਹੈ ਉਹ ਇੱਕ ਪੋਜੀਸ਼ਨ ਹੁੰਦੀ ਹੈ ਜਿੱਥੇ ਸਾਡੀ ਜੌਬ ਦਾ ਸਟਾਰਟਿੰਗ ਪੁਆਇੰਟ ਸ਼ੁਰੂ ਹੋਣਾ ਹੈ, ਉਸ ਜਗ੍ਹਾ ਤੇ ਆ ਕੇ ਟੂਲ ਨੇ ਆ ਜਾਣਾ ਤੇ X600 ਦੀ ਸਪੀਡ ਹੋ ਜਾਣੀ ਹੈ ਤੇ ਉਹੀ ਸਪੀਡ ਜਿਹੜੀ ਹੈਗੀ ਫੀਡ ਯਾਨੀ ਕਟਿੰਗ ਫੀਡ ਹੈ ਜਿਹੜੀ 600 ਦੀ ਜਿਹੜੀ ਸ਼ੁਰੂ ਹੋਣੀ ਹੈ। ਤੇ Y-30 ਯਾਨੀ ਕਿ ਜਿਹੜਾ Y-30 ਹੈਗਾ ਉਸ ਟੂਲ ਨੇ -Y30 ਤੇ ਜਾਣਾ। ਤਾਂ ਇਸੇ ਤਰ੍ਹਾਂ ਦਾ ਸਾਰਾ ਪ੍ਰੋਗਰਾਮ ਹੈ, ਬਟ ਮੈਂ ਤੁਹਾਨੂੰ ਇਸ ਲਈ ਦੱਸ ਰਿਹਾ ਸੀ ਕਿ ਜਿਹੜਾ ਪ੍ਰੋਗਰਾਮ ਹੈ ਅਗਲੀ ਅਸੀਂ ਲੈਕਚਰ ਲਵਾਂਗੇ, ਉਸ ਲੈਕਚਰ ਦੇ ਵਿੱਚ ਤੁਹਾਨੂੰ ਕਲੀਅਰ ਕਰੂੰਗਾ ਕਿ ਜਿਹੜਾ ਪ੍ਰੋਗਰਾਮ ਹੁੰਦਾ ਹੈ ਕਿ ਕਿਵੇਂ ਵਰਤ ਕਰਦੇ ਆਪਾਂ। CNC ਲੇਥ ਦੇ ਬਾਰੇ ਗੱਲ ਕਰਾਂਗੇ ਕਿ ਕਿਵੇਂ ਅਸੀਂ ਇਹਨੂੰ ਵਰਤਦੇ ਹਾਂ, ਕਿਵੇਂ ਦੀ ਇਹ ਚੱਲਦੀ ਹੈ। ਤੇ ਜਿਹੜਾ ਨੈਕਸਟ ਅਗਰ ਤੁਹਾਨੂੰ ਦਿਖ ਰਿਹਾ ਹੈਗਾ, ਇਹ ਜਿਹੜਾ ਬਣਾਇਆ ਸੀਗਾ ਸਿੰਪਲ ਡਰਿਲਿੰਗ ਦਾ ਜਿਹੜਾ ਹੈਗਾ ਪ੍ਰੋਗਰਾਮ ਬਣਾਇਆ ਹੋਇਆ ਹੈਗਾ। ਡਰਿਲਿੰਗ ਦਾ ਪ੍ਰੋਗਰਾਮ ਤੁਹਾਨੂੰ ਦਿਖ ਰਿਹਾ ਹੈਗਾ ਕਿ ਜਿਹੜਾ ਡਰਿਲਿੰਗ ਕਿਵੇਂ ਕਰਦੇ ਆਪਾਂ, ਇੱਕ ਛੋਟੇ ਜਿਹੇ ਕਿੰਨੇ ਹੈਗੇ ਆ 10 ਕਮਾਂਡ ਦੇ ਨਾਲ ਹੀ ਅਸੀਂ ਜੌਬ ਨੂੰ ਤਿਆਰ ਕਰ ਦਾਂਗੇ, ਕਿਉਂਕਿ ਜੇ ਆਪਾਂ ਨਾਰਮਲ ਜੌਬ ਤਿਆਰ ਕਰੀਏ ਤਾਂ ਸਾਨੂੰ ਜਿਹੜਾ ਹੈਗਾ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ। ਤਾਂ ਨੈਕਸਟ ਸਰ ਕੰਟੀਨਿਊ ਆਪਾਂ ਜੌਬ ਕਰਾਂਗੇ ਤੇ ਨੈਕਸਟ ਲੈਕਚਰ ਜਿਹੜਾ ਹੈਗਾ ਨੈਕਸਟ ਉਹਦੇ ਵਿੱਚ ਕਰਾਂਗੇ ਤੇ CNC ਲੇਥ ਦੇ ਉੱਪਰ ਹੀ ਹੋਊਗਾ, ਕਿਉਂਕਿ ਅਸੀਂ ਤੁਹਾਨੂੰ ਸਿਰਫ ਇੰਟਰੋਡਕਸ਼ਨ ਬਾਰੇ ਦੱਸਿਆ ਹੈਗਾ ਕਿ ਇੰਟਰੋਡਕਸ਼ਨ ਕੀ ਹੈ। ਸਰ ਨੈਕਸਟ ਪੇਜ ਪਲੀਜ਼। ਅਗਲਾ ਜਿਹੜਾ ਲੈਕਚਰ ਹੋਊਗਾ ਉਹਦੇ ਲਈ ਅਸੀਂ ਤੁਹਾਨੂੰ CNC ਲੇਥ ਦੇ ਪ੍ਰੋਪਰਲੀ ਦੱਸਾਂਗੇ ਕਿ ਕਿਵੇਂ ਅਸੀਂ ਚਲਾਉਂਦੇ ਹਾਂ, ਕਿਵੇਂ ਪ੍ਰੋਗਰਾਮ ਬਣਦਾ ਹੈ
ਠੀਕ ਹੈ, ਕਿਸੇ ਕਿਤੇ ਵਰਤਦੇ ਹਾਂ ਇਸ ਮਸ਼ੀਨ ਨੂੰ। ਓਕੇ ਸਰ, ਥੈਂਕ ਯੂ ਵੈਰੀ ਮਚ ਸਰ। ਥੈਂਕ ਯੂ ਸਰ, ਥੈਂਕ ਯੂ ਜਸੇਵ ਸਰ, ਥੈਂਕ ਯੂ ਵੈਰੀ ਮਚ। ਓਕੇ ਸਰ, ਵੈਲਕਮ ਸਰ। ਦੇਖਣਾ ਤਾਂ ਨਹੀਂ ਕਿਸੇ ਦਾ ਕੋਈ ਕੁਐਸਚਨ ਹੋਣਾ ਜਾਂ ਪੁੱਛਣਾ ਜੇ ਦੇਖਣਾ। ਦੇਵ ਜੀ ਬਹੁਤ ਵਧੀਆ ਸੀਗਾ, ਵੈਰੀ ਗੁੱਡ। ਹਾਂਜੀ, ਥੈਂਕ ਯੂ ਸਰ, ਥੈਂਕ ਯੂ ਸਰ। ਸਰ ਬਹੁਤ ਵਧੀਆ ਜੀ, ਬਹੁਤ ਵਧੀਆ ਪ੍ਰੈਜੈਂਟੇਸ਼ਨ, ਬਹੁਤ ਕੁਝ ਸਿੱਖਣ ਨੂੰ ਮਿਲਿਆ ਸਰ। ਠੀਕ ਹੈ ਸਰ, ਫਿਰ ਐਂਡ ਕਰੀਏ ਜੀ। ਹਾਂਜੀ ਬਿਲਕੁਲ ਠੀਕ ਹੈ ਸਰ, ਪਲੀਜ਼। ਓਕੇ ਸਰ, ਥੈਂਕ ਯੂ ਵੈਰੀ ਮਚ ਜੀ।